ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰਿ ਗੋਬਿੰਦ ਸਵਾਰੀ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰਿ ਗੋਬਿੰਦ ਸਵਾਰੀ। ਕਹਾ ਬੁੱਧ ਪ੍ਰਭ ਤੁਸ਼ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਗਲ ਦੁਆਰ ਕਉ ਛਾਡ ਕੈ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕਉ ਛਾਡ ਕੈ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਆਪ ਸਭ ਸੰਗਤਾਂ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਰਾਗੀ ਸਿੰਘਾਂ ਪਾਸੋਂ ਆਸਾ ਜੀ ਕੀ ਵਾਰ ਦਾ ਕੀਰਤਨ ਸਰਵਣ ਕੀਤਾ। ਸਤਿਗੁਰੂ ਨੇ ਰਹਿਮਤ ਕੀਤੀ, ਤਰਸ ਕੀਤਾ ਹੈ ਜੋ ਸ਼ਬਦ ਦੀ ਵਿਚਾਰ ਕਰਨ ਲਈ ਇਹ ਸੁਭਾਗੀਆਂ ਘੜੀਆਂ ਬਖਸ਼ੀਆਂ ਨੇ। ਆਓ ਇਹਨਾਂ ਘੜੀਆਂ ਨੂੰ ਸਫਲਾ ਬਣਾਈਏ, ਸ਼ਬਦ ਦੀ ਵਿਚਾਰ ਕਰਕੇ ਕੁਝ ਕੇ ਆਪਣੇ ਜੀਵਨ ਦੇ ਵਿੱਚ ਕ੍ਰਾਂਤੀ ਲਿਆਈਏ, ਆਪਣੇ ਜੀਵਨ ਦੇ ਵਿੱਚ ਬਦਲਾਵ ਲਿਆਈਏ, ਆਪਣੇ ਇਸ ਜੀਵਨ ਨੂੰ ਬੰਦਗੀ ਦੇ ਰਾਹੇ ਤੇ ਤੋਰੀਏ, ਇਬਾਦਤ ਦੇ ਰਾਹੇ ਤੇ ਤੋਰੀਏ। ਪਰ ਮੈਂ ਬੇਨਤੀ ਕਰਾਂ, ਸ਼ਬਦ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਆਓ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੱਕ ਵਾਰ ਨਮਸਕਾਰ ਕਰੀਏ। ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਬਖਸ਼ਿਆ ਫਤਿਹ ਦਾ ਨਾਰਾ ਬੁਲੰਦ ਕਰੀਏ ਔਰ ਅਰਦਾਸ ਕਰੀਏ ਕਿ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਮੇਰੀ ਤੁਸ਼ ਬੁੱਧੀ ਦੇ ਵਿੱਚ ਇਤਨੀ ਸਮਰੱਥਾ ਨਹੀਂ ਕਿ ਮੈਂ ਆਪ ਜੀ ਦੇ ਗੁਣ ਗਾ ਸਕਾਂ। ਕਿਰਪਾ ਕਰੋ ਮਹਾਰਾਜ, ਆਪ ਹੀ ਕਿਰਪਾ ਕਰਕੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਸ਼ਬਦ ਦੀ ਵਿਚਾਰ ਹਿਰਦੇ ਦੇ ਵਿੱਚ ਪਾ ਦਿਓ। ਆਓ ਭਾਵਨਾ ਦੇ ਨਾਲ, ਕਿਉਂਕਿ ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੰਦੀ ਛੋੜ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਤਿੰਨਾਂ ਦਾ ਪ੍ਰਕਾਸ਼ ਪੁਰਬ ਹੈ। ਪਿਆਰ ਵਾਲਿਓ, ਇੰਨੀ ਕਿ ਭਾਵਨਾ ਦੇ ਨਾਲ ਸਤਿਗੁਰੂ ਨੂੰ ਫਤਿਹ ਬੁਲਾਇਓ ਕਿ ਸਾਨੂੰ ਸੱਚਮੁੱਚ ਅੱਜ ਸਤਿਗੁਰਾਂ ਦੀ ਮੌਜੂਦਗੀ ਮਹਿਸੂਸ ਹੋਵੇ। ਜਦੋਂ ਗੁਰੂ ਕਾ ਸਿੱਖ ਸਤਿਗੁਰੂ ਨੂੰ ਫਤਿਹ ਬੁਲਾਵੇ, ਭਾਵਨਾ ਇੰਨੀ ਕਿ ਹੋਵੇ
ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਸਮੁੱਚਾ ਖਾਲਸਾ ਪੰਥ ਮਨਾ ਰਿਹਾ ਹੈ, ਪਰ ਜਦੋਂ ਸਿੱਖ ਗੁਰੂ ਨੂੰ ਫਤਿਹ ਬੁਲਾਵੇ ਤੇ ਹਿਰਦੇ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਦੀ ਸਿੱਖਿਆ ਦਾ ਪ੍ਰਕਾਸ਼ ਹੋ ਜਾਵੇ। ਆਓ ਦੋਨੋਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਨਵਾਓ ਔਰ ਪ੍ਰੇਮ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਦੀ ਪਾਵਨ ਪਵਿੱਤਰ ਵਿਚਾਰ ਜੋ ਕਿ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ 1215 ਅੰਗ ਤੇ ਪਹੁੰਚ ਚੁੱਕੀ ਹੈ। ਜਿਸ ਸ਼ਬਦ ਦੀ ਵਿਚਾਰ ਅੱਜ ਹੋਣੀ ਹੈ ਉਹ ਸ਼ਬਦ ਆਪ ਜੀ ਨੇ ਸਿੰਘ ਸਾਹਿਬਾਨ ਪਾਸੋਂ ਸਰਵਣ ਕੀਤਾ। ਅੱਜ ਦਾ ਜੋ ਸ਼ਬਦ ਹੈ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕਰਦੇ ਨੇ ਔਰ ਬੰਦੇ ਨੂੰ ਇਹ ਸਮਝਾਉਂਦੇ ਨੇ ਕਿ ਜਿਹੜਾ ਸੰਸਾਰ ਦੀ ਮਾਇਆ ਦਾ ਗੁਮਾਨ ਹੈ, ਸੰਸਾਰ ਦੀ ਮਾਇਆ ਦਾ ਗਰਭ ਹੈ, ਸੰਸਾਰ ਦੀ ਮਾਇਆ ਦਾ ਅਹੰਕਾਰ ਹੈ, ਇਹ ਝੂਠਾ ਹੈ। ਕਿਉਂਕਿ ਸੰਸਾਰ ਦੀ ਮਾਇਆ ਹੀ ਝੂਠੀ ਹੈ। ਸੰਸਾਰ ਦੀ ਮਾਇਆ ਦੇ ਨਾਲ ਤੇਰੀ ਜੀਵਨ ਦੀ ਯਾਤਰਾ ਸੰਪੂਰਨ ਨਹੀਂ ਹੋਣੀ। ਹਾਂ ਠੀਕ ਹੈ, ਸੰਸਾਰ ਦੇ ਵਿੱਚ ਰਹਿਣ ਲਈ ਤੈਨੂੰ ਮਾਇਆ ਚਾਹੀਦੀ ਹੈ, ਪਰ ਮਾਇਆ ਕੇਵਲ ਧਨ ਦੌਲਤ ਨਹੀਂ। ਮਾਇਆ ਲਫ਼ਜ਼ ਇੱਥੇ ਸੰਸਾਰ ਦੇ ਪਦਾਰਥਾਂ ਲਈ ਵੀ ਹੈ। ਹਰ ਇੱਕ ਉਹ ਚੀਜ਼ ਮਾਇਆ ਹੈ ਜਿਹੜੀ ਬੰਦੇ ਨੂੰ ਰੱਬ ਨਾਲੋਂ ਤੋੜ ਦੇਵੇ। ਫਿਰ ਭਾਵੇਂ ਪਰਿਵਾਰ ਦੇ ਜੀ ਹੋਣ, ਭਾਵੇਂ ਸਾਡੀਆਂ ਸੁੱਖ ਸਹੂਲਤਾਂ ਦੇ ਪਦਾਰਥ ਹੋਣ, ਫਿਰ ਭਾਵੇਂ ਸਾਡੇ ਡੇਲੀ ਰੂਟੀਨ ਦੇ ਕੰਮ ਹੀ ਕਿਉਂ ਨਾ ਹੋਣ, ਮਹਾਰਾਜ ਕਹਿੰਦੇ ਇਹ ਸਾਰੀ ਇੱਕ ਮਾਇਆ ਹੈ ਜਿਹੜੀ ਤੈਨੂੰ ਰੱਬ ਨਾਲੋਂ, ਪਰਮਾਤਮਾ ਨਾਲੋਂ, ਖੁਦਾ ਨਾਲੋਂ ਤੋੜ ਰਹੀ ਹੈ। ਅੱਜ ਦੇ ਪਾਵਨ ਪਵਿੱਤਰ ਸ਼ਬਦ ਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੀ ਮੁਬਾਰਕ ਰਸਨਾ ਤੋਂ ਸਾਰੰਗ ਰਾਗ ਦੇ ਅੰਦਰ ਉਚਾਰਨ ਕਰਦੇ ਨੇ ਔਰ ਸਮਝਾਉਣਾ ਕਰਦੇ ਨੇ ਗੁਰੂ ਕੇ ਸਿੱਖ ਨੂੰ ਕਿ ਝੂਠੋ ਮਾਇਆ ਕੋ ਮਦਮਾਨ। ਕਹਿੰਦੇ ਜਿਹੜੀ ਇਹ ਸੰਸਾਰ ਦੀ ਮਾਇਆ ਹੈ, ਇਹਦਾ ਮਾਨ, ਇਹਦਾ ਅਹੰਕਾਰ ਝੂਠਾ ਹੈ। ਕੇਵਲ ਧਨ ਦੌਲਤ ਹੀ ਨਹੀਂ, ਭਾਵੇਂ ਸੁੱਖ ਸਹੂਲਤਾਂ ਦੇ ਪਦਾਰਥ ਹੋਣ, ਭਾਵੇਂ ਫਿਰ ਤੇਰੇ ਨਾਲ ਦੇ ਸੰਗੀ ਸਾਥੀ ਸੰਬੰਧੀ ਹੋਣ, ਜੇ ਤੈਨੂੰ ਨਾਲ ਦੇ ਜੀਆਂ ਤੇ ਵੀ ਮਾਣ ਹੈ ਤੇ ਇਹ ਵੀ ਝੂਠਾ ਹੈ, ਕਿਉਂਕਿ ਪਰਿਵਾਰ ਦੇ ਜੀ ਵੀ ਛੱਡ ਜਾਣਗੇ, ਸੰਸਾਰ ਦੇ ਪਦਾਰਥ ਵੀ ਛੱਡ ਜਾਣਗੇ, ਸੰਸਾਰ ਦੀਆਂ ਸੁੱਖ ਸਹੂਲਤਾਂ ਵੀ ਛੱਡ ਜਾਣਗੀਆਂ, ਮਾਇਆ ਵੀ ਛੱਡ ਜਾਵੇਗੀ। ਝੂਠੋ ਮਾਇਆ ਕੋ ਮਦਮਾਨ। ਮਾਇਆ ਦਾ, ਸੰਸਾਰ ਦੀ ਜੋ ਮਾਇਆ ਹੈ, ਇਹਦਾ ਮਾਣ ਝੂਠਾ ਹੈ। ਪਰ ਮੈਂ ਬੇਨਤੀ ਕਰਾਂ ਵੀ ਬੰਦਾ ਮਾਣ ਕਰਦਾ ਕਿਉਂ ਹੈ? ਕੇਵਲ ਤੇ ਕੇਵਲ ਮਾਣ ਇਸ ਕਰਕੇ ਕਰਦਾ ਹੈ ਕਿ ਮੇਰੇ ਕੋਲ ਸੰਸਾਰ ਦੇ ਬੜੇ ਪਦਾਰਥ ਹੋਣਗੇ ਤੇ ਮੇਰੇ ਜੀਵਨ ਨੂੰ ਲਾਹਾ ਮਿਲੇਗਾ। ਲਾਹਾ ਭਾਵ ਕਿ ਮੁਨਾਫਾ। ਸੰਸਾਰ ਦੇ ਪਦਾਰਥ ਹੋਣਗੇ, ਮੈਨੂੰ ਲਾਹਾ ਮਿਲੇਗਾ। ਸੰਸਾਰ ਦੇ ਵਿੱਚ ਧਨ ਦੌਲਤ ਹੋਵੇਗੀ, ਲਾਹਾ ਮਿਲੇਗਾ। ਮੇਰੇ ਸੰਗੀ ਸਾਥੀ ਕਈ ਹੋਣਗੇ ਜਿਨ੍ਹਾਂ ਨਾਲ ਮੇਰਾ ਪ੍ਰੇਮ ਹੋਵੇਗਾ, ਮੇਰੇ ਨਾਲ ਖੜਨਗੇ, ਮੈਨੂੰ ਔਖੇ ਵੇਲੇ ਲਾਹਾ ਮਿਲੇਗਾ। ਕੇਵਲ ਤੇ ਕੇਵਲ ਆਪਣੇ ਜੀਵਨ ਨੂੰ ਸੁਖੈਲਾ ਕਰਨ ਦੇ ਲਈ ਬੰਦਾ ਧਨ ਕਮਾਉਂਦਾ ਹੈ, ਪਦਾਰਥ ਇਕੱਠੇ ਕਰਦਾ ਹੈ, ਪਰਿਵਾਰ ਦੇ ਜੀਆਂ ਦੇ ਮੋਹ ਦੇ ਵਿੱਚ ਫਸਦਾ ਹੈ, ਅੰਤ ਨੂੰ ਇਹਨਾਂ ਦਾ ਅਹੰਕਾਰ ਕਰਦਾ ਹੈ ਕਿ ਔਖੇ ਵੇਲੇ ਮੇਰੇ ਨਾਲ ਖੜ ਜਾਣਗੇ। ਭਾਵ ਕਿ ਜੀਵਨ ਦੇ ਵਿੱਚ ਲਾਹਾ ਖੱਟਣ ਦੇ ਲਈ ਬੰਦਾ ਇਹ ਮਾਇਆ ਇਕੱਠੀ ਕਰਦਾ ਹੈ, ਮਾਇਆ ਦਾ ਅਹੰਕਾਰ ਕਰਦਾ। ਪਰ ਸਤਿਗੁਰੂ ਕਹਿੰਦੇ ਵੀ ਜਿਹੜੇ ਸੰਸਾਰ ਦੇ ਪਦਾਰਥ ਤੂੰ ਭੱਜ ਭੱਜ ਇਕੱਠੇ ਕਰਦਾ ਹੈ, ਜਿਹੜੇ ਸੰਸਾਰ ਦੀ ਮਾਇਆ, ਧਨ ਦੌਲਤ, ਪਰਿਵਾਰ ਦੇ ਜੀਆਂ ਦਾ ਮਾਣ ਕਰਦਾ ਹੈ ਔਰ ਮਨ ਵਿੱਚ ਭੁਲੇਖਾ ਖਾਨਾ ਇਹ ਮਾਣ ਕਰਕੇ ਕਿ ਤੇਰੇ ਜੀਵਨ ਨੂੰ ਇਹਨਾਂ ਤੋਂ ਲਾਹਾ ਮਿਲੇਗਾ, ਤੇ ਸੱਚ ਜਾਣੀ ਲਾਹੇ ਵਾਲਾ ਕੰਮ ਤੇ ਤੂੰ ਕਰਦਾ ਹੀ ਕੋਈ ਨਹੀਂ। ਲਾਹੇ ਵਾਲਾ ਕੰਮ ਨਹੀਂ। ਸੰਸਾਰ ਦੀ ਧਨ ਦੌਲਤ ਇਕੱਠੀ ਕਰ ਲਈ, ਪਦਾਰਥ ਇਕੱਠੇ ਕਰ ਲਏ, ਸੁੱਖ ਸਹੂਲਤਾਂ ਇਕੱਠੀਆਂ ਕਰਨੀਆਂ, ਮਹਾਰਾਜ ਕਹਿੰਦੇ ਇਹ ਲਾਹੇ ਵਾਲਾ ਕੰਮ ਨਹੀਂ। ਕਿਉਂਕਿ ਲਾਹੇ ਵਾਲਾ ਕੰਮ ਤੇ ਤੂੰ ਕੀਤਾ ਹੀ ਨਹੀਂ। ਰੇ ਮੂੜੇ
ਲਾਹੇ ਕੋ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ। ਜਿਹੜਾ ਲਾਹੇ ਵਾਲਾ ਕੰਮ ਸੀ ਉਧਰ ਤੇ ਤੇਰਾ ਤਨ ਕਹਿੰਦਾ ਥਕਾਵਟ ਬੜੀ ਹੁੰਦੀ ਹੈ। ਜਦੋਂ ਸੁਖਮਨੀ ਸਾਹਿਬ ਕਰਨਾ ਹੋਵੇ ਸਰੀਰ ਬੜਾ ਥੱਕਦਾ, ਚੌਂਕੜਾ ਲਾ ਕੇ ਸਹਿਜ ਪਾਠ ਕਰਨਾ ਹੋਵੇ ਸਰੀਰ ਬੜਾ ਥੱਕਦਾ। ਪਰ ਟੋਟੇ ਕੋ ਬੇਗ ਧਾਇਆ, ਜਿਹੜੇ ਸੰਸਾਰ ਨੇ ਮਾਇਆ ਨੇ ਤੋਟ ਦੇਣੀ ਹੈ, ਨੁਕਸਾਨ ਪਹੁੰਚਾਉਣਾ ਹੈ, ਉਧਰ ਨੂੰ ਭੱਜ ਭੱਜ ਜਾਂਦਾ ਹੈ। ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ। ਸਸਤ ਵਖਰ ਤੂੰ ਕਿਨਹਿ ਨਾਹੀ, ਪਾਪੀ ਬਾਧਾ ਰੇ ਨਾਇਆ। ਤੇ ਸੱਚੀ ਗੱਲ ਹੈ, ਬੰਦਾ ਲਾਹੇ ਵਾਲਾ ਕੰਮ ਤੇ ਕਰ ਹੀ ਨਹੀਂ ਰਿਹਾ। ਜਿਹੜਾ ਲਾਹੇ ਵਾਲੀ ਮਾਇਆ, ਲਾਹੇ ਵਾਲਾ ਧਨ ਇਕੱਠਾ ਕਰਨਾ ਸੀ ਪਰਮਾਤਮਾ ਦੇ ਨਾਮ ਦਾ, ਇਬਾਦਤ ਦਾ, ਬੰਦਗੀ ਦਾ, ਉਹ ਨਹੀਂ ਕੀਤਾ। ਅਨੁਭਵ ਕਰਕੇ ਵੇਖੋ ਪਿਆਰਿਓ, ਸਹਿਜ ਪਾਠ ਦਾ ਕਰਨ ਲੱਗਿਆ, ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰਨ ਲੱਗਿਆ ਇੱਕ ਅੰਗ ਕਰਨਾ ਪੈ ਜਾਏ ਤੇ 10 ਵਾਰ ਸੋਚਦਾ। ਸਾਰਾ ਜੀਵਨ ਲੰਘ ਜਾਂਦਾ, ਕਈ ਵਾਰ ਇੱਕ ਅੰਗ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਪੜ੍ਹਿਆ ਜਾਂਦਾ, ਪਰ ਸਾਰਾ ਦਿਨ ਫੇਸਬੁੱਕ ਤੇ ਪੋਸਟਾਂ ਜਿੰਨੀਆਂ ਮਰਜ਼ੀਆਂ ਪੜ੍ਹਾਈ ਚੱਲੋ, ਗੱਲ ਹੀ ਕੋਈ ਨਹੀਂ। ਸਤਿਗੁਰੂ ਕਹਿੰਦੇ ਕਿਹੜੀ ਚੀਜ਼ ਦਾ, ਸੰਸਾਰ ਦੇ ਪਦਾਰਥਾਂ ਦੇ ਵਿੱਚ ਨਾ ਉਲਝ, ਸੰਸਾਰ ਦੇ ਪਦਾਰਥਾਂ ਦਾ ਬਹੁਤਾ ਮਾਣ ਨਾ ਕਰ। ਪਦਾਰਥ ਪਿਆਰ ਵਾਲਿਓ, ਭਾਵੇਂ ਕੋਠੇ ਮੰਡਪ ਮਾੜੀਆਂ ਹੋਣ, ਭਾਵੇਂ ਧਨ ਹੋਵੇ, ਤੇ ਫਿਰ ਭਾਵੇਂ ਸਾਡੇ ਡੇਲੀ ਰੂਟੀਨ ਦੇ ਵਿੱਚ ਵਰਤਣ ਵਾਲੀਆਂ ਚੀਜ਼ਾਂ ਹੀ ਕਿਉਂ ਨਾ ਹੋਣ। ਕਿਉਂਕਿ ਉਹ ਪੁਰਾਣਾ ਸਮਾਂ ਸੀ, ਬੰਦਾ ਬੜੀ ਬੜੀ ਦੌਲਤ ਦੇ ਵਿੱਚ ਫਸ ਜਾਂਦਾ ਸੀ, ਬੜੇ ਵੱਡੇ ਮਹਿਲਾਂ ਦੇ ਵਿੱਚ ਫਸ ਜਾਂਦਾ ਸੀ, ਆਪਣੇ ਸੈਨਾ ਦੇ ਵਿੱਚ ਉਲਝ ਜਾਂਦਾ ਸੀ। ਅੱਜ ਕੱਲ੍ਹ ਤੇ ਇੱਕ ਨਿੱਕਾ ਜਿਹਾ ਮੋਬਾਈਲ ਤੇ ਉਹਦੇ ਵਿੱਚ ਫੇਸਬੁੱਕ ਹੀ ਉਲਝਾਈ ਫਿਰਦੀ। ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ। ਸਸਤ ਵਖਰ ਤੂੰ ਕਿਨਹਿ ਨਾਹੀ, ਪਾਪੀ ਬਾਧਾ ਰੇ ਨਾਇਆ। ਝੂਠੋ ਮਾਇਆ ਕੋ ਮਦਮਾਨ, ਇਸ ਸੰਸਾਰ ਦੀ ਮਾਇਆ ਦਾ ਤੂੰ ਕਹਿੰਦਾ ਇਹਨਾਂ ਦੇ ਨਾਲ ਮੈਨੂੰ ਹਰ ਇੱਕ ਚੀਜ਼ ਦੀ ਨੌਲੇਜ ਮਿਲਦੀ ਹੈ, ਗਿਆਨ ਮਿਲਦਾ ਹੈ, ਪਰ ਜਿਹੜਾ ਅੰਦਰਲਾ ਗਿਆਨ ਤੈਨੂੰ ਮਿਲਣਾ ਚਾਹੀਦਾ ਸੀ ਉਹ ਮਿਲਿਆ ਨਹੀਂ। ਜਿਹੜਾ ਸੱਚਾ ਗਿਆਨ ਹੈ, ਜਿਹੜਾ ਰੱਬ ਦੀ ਇਬਾਦਤ ਦਾ, ਰੱਬ ਦੀ ਬੰਦਗੀ ਦਾ ਗਿਆਨ ਹੈ। ਸੋ ਸਤਿਗੁਰੂ ਕਹਿੰਦੇ ਝੂਠੋ ਮਾਇਆ ਕੋ ਮਦਮਾਨ, ਧਰੋ ਮੋਹ ਦੂਰ ਕਰ ਬਪਰੇ। ਇਹ ਮਾਇਆ ਦੇ ਮੋਹ ਦੇ ਵਿੱਚ, ਸੰਸਾਰ ਦੇ ਮੋਹ ਦੇ ਵਿੱਚ ਉਲਝ ਕਰਕੇ ਜਿਹੜਾ ਤੂੰ ਆਪਣੀ ਜਿੰਦ ਦੇ ਨਾਲ ਧਰੋ ਕਮਾ ਰਿਹਾ। ਕਿਉਂਕਿ ਵੇਖੋ ਇਹ ਗੱਲ ਸੱਚੀ ਹੈ, ਸੰਸਾਰ ਦੇ ਵਿੱਚ ਇੱਕ ਗੱਲ ਬੜੀ ਪ੍ਰਚਲਿਤ ਹੁੰਦੀ ਹੈ ਕਿ ਕਦੇ ਵੀ ਕਿਸੇ ਦੇ ਨਾਲ ਧਰੋ ਨਹੀਂ ਕਮਾਉਣਾ ਚਾਹੀਦਾ। ਤੇ ਹਾਲਾਂਕਿ ਕਿਸੇ ਹੱਦ ਤੱਕ ਬੰਦਾ ਇਸ ਗੱਲ ਨੂੰ ਜੀਵਨ 'ਚ ਲਾਗੂ ਕਰਦਾ ਕਿ ਮੈਂ ਬੰਦਿਆਂ ਨਾਲ, ਸੰਸਾਰ ਦੇ ਵਿੱਚ ਕਿਸੇ ਨਾਲ ਧਰੋ ਨਾ ਕਮਾਵਾਂ, ਵੀ ਕਿਤੇ ਮੇਰੇ ਤੋਂ ਪਾਪ ਨਾ ਹੋ ਜਾਵੇ। ਪਰ ਪਿਆਰ ਵਾਲਿਓ, ਜਿਹੜੀ ਇਹ ਸਾਡੇ ਅੰਦਰ ਰੂਹ ਵਸਦੀ ਹੈ, ਜਿੰਦ ਵਸਦੀ ਹੈ, ਇਹਦੇ ਨਾਲ ਰੋਜ਼ਾਨਾ ਧਰੋ ਕਮਾਉਂਦੇ ਆ, ਇਹਦੀ ਖੁਰਾਕ ਇਬਾਦਤ ਹੈ, ਪਰ ਇਹਨੂੰ ਸੰਸਾਰ ਦੇ ਵਿੱਚ ਉਲਝਾਉਂਦੇ ਆ। ਇਹ ਬਹੁਤ ਵੱਡਾ ਧਰੋ ਹੈ। ਜਿਉਂ ਸਾਡਾ ਜਨਮ ਹੋਇਆ, ਜਨਮ ਤੋਂ ਲੈ ਕੇ ਬੁਢੇਪੇ ਤੱਕ ਪਹੁੰਚ ਗਏ, ਪਰ ਜਿੰਦੜੀ ਦੇ ਨਾਲ ਧਰੋ ਹੀ ਕਮਾਉਂਦੇ ਰਹੇ। ਕਿਉਂ? ਕਿਉਂਕਿ ਧਰੋ ਕਮਾਇਆ ਜਿੰਦੜੀ ਦੇ ਨਾਲ, ਰੂਹ ਨੇ ਮੰਗੀ ਇਬਾਦਤ ਦੀ ਖੁਰਾਕ, ਪਰ ਇਹਨੂੰ ਦਿੱਤੀ ਸੰਸਾਰ ਦੀ ਖੁਰਾਕ। ਧਰੋ ਕਮਾਉਂਦੇ ਰਹੇ। ਧਰੋ ਮੋਹ ਦੂਰ ਕਰ ਬਪਰੇ, ਸੰਗ ਗੋਪਾਲ ਲਹਿ ਜਾਨ। ਆਪਣੀ ਜਿੰਦ ਦੇ ਨਾਲ ਧਰੋ ਕਮਾਉਣਾ ਛੱਡ ਤੇ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ ਸਦਾ ਅੰਗ ਸੰਗੇ ਕਰਕੇ ਜਾਣ। ਪਰ ਮੈਂ ਬੇਨਤੀ ਕਰਾਂ ਕਿ ਸੰਸਾਰ ਦੀ ਮਾਇਆ ਦਾ ਪ੍ਰਭਾਵ ਜਨਮ ਤੋਂ ਹੀ ਇਤਨਾ ਪੈ ਜਾਂਦਾ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਨਾ ਤੇ ਬਹੁਤ ਦੂਰ ਦੀ ਗੱਲ ਹੈ। ਬੰਦਾ ਤੇ ਇਹੀ ਭੁੱਲ ਜਾਂਦਾ ਕਿ ਰੱਬ ਮੈਨੂੰ ਵੇਖਦਾ ਹੈ, ਖੁਦਾ ਮੈਨੂੰ ਦੇਖ ਰਿਹਾ ਹੈ, ਪਰਮਾਤਮਾ ਮੈਨੂੰ ਦੇਖ ਰਿਹਾ ਹੈ। ਮੈਂ ਕਿਸੇ ਕਾਰਜ ਕਰਕੇ ਆਇਆ, ਮੈਂ ਕਿਸੇ ਮੰਜ਼ਲ ਤੇ ਪਹੁੰਚਣਾ ਹੈ। ਅੱਜ ਸੰਸਾਰ ਦੀ ਮਾਇਆ ਦੇ ਅਹੰਕਾਰ ਦੇ ਪਿੱਛੇ ਲੱਗ ਕੇ ਆਪਣੀ ਜਿੰਦੜੀ ਦੇ ਨਾਲ ਧਰੋ ਕਮਾ ਕੇ ਬੰਦਾ ਕਿਤੇ ਨਾ ਕਿਤੇ ਆਪਣੀ ਮੰਜ਼ਿਲ ਤੋਂ ਵੀ ਖਿਸਕ ਗਿਆ, ਆਪਣੇ ਆਪੇ ਨੂੰ ਵੀ ਭੁੱਲ ਗਿਆ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਇਹ ਜਿਹੜੀ ਸੰਸਾਰ ਦੀ ਮਾਇਆ ਪ੍ਰਭਾਵ ਐਸਾ ਪਾਉਂਦੀ ਹੈ ਕਿ ਜਿਉਂ ਬੰਦੇ ਦਾ ਜਨਮ ਹੁੰਦਾ, ਬੁਢੇਪੇ ਤੱਕ ਇਸ ਤਰ੍ਹਾਂ ਦੇ ਕਾਰਜਾਂ ਦੇ ਵਿੱਚ ਉਲਝਦਾ, ਆਪਣੀ ਜਿੰਦੜੀ ਦੇ ਨਾਲ ਧਰੋ ਕਮਾਉਂਦਾ ਕਿ ਰੱਬ ਨੂੰ ਹਾਜ਼ਰ ਨਾਜ਼ਰ ਜਾਣਨਾ ਤੇ ਬਹੁਤ ਦੂਰ ਦੀ ਗੱਲ।
ਜਿਹੜਾ ਇਹਨੂੰ ਔਸਰ ਮਨੁੱਖਾ ਦੇਹੀ ਦਾ ਮਿਲਿਆ ਹੁੰਦਾ ਇਹ ਉਹਨੂੰ ਵੀ ਗਵਾ ਪੈਂਦਾ। ਭਾਈ ਗੁਰਦਾਸ ਜੀ ਨੇ ਬਹੁਤ ਸੋਹਣਾ ਕਥਨ ਕੀਤਾ, ਕਹਿੰਦੇ ਸੁਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੈ, ਪਰ ਜੋਬਨ ਪਰਮਾਈਐ, ਪਰ ਤਨ ਧਨ ਪਰ ਨਿੰਦ ਲੁਭਾਵੈ, ਬਿਰਧ ਹੋਆ ਜੰਜਾਲ ਵਿੱਚ, ਮਹਾਜਾਲ ਪਰਿਵਾਰ ਫਹਾਵੈ। ਕਹਿੰਦੇ ਨੇ ਜਿਉਂ ਜਨਮ ਹੋਇਆ ਬੱਚਾ ਸੀ, ਜਦੋਂ ਬਾਲਕ ਸੀ, ਬੱਚਾ ਸੀ ਤੇ ਬਾਲਪੁਣੇ ਦੀ ਲੀਲਾ ਭਾਵ ਕੇ ਖੇਡ ਕੂਦ ਦੇ ਵਿੱਚ ਹੀ ਆਪਣਾ ਜਨਮ ਵਿਅਰਥ ਗਵਾ ਲਿਆ। ਜਿਹੜਾ ਬਾਲਪੁਣੇ ਦਾ ਬਚਪਨ ਦਾ ਸਮਾਂ ਸੀ, ਐਸਾ ਆਪਣੀ ਜ਼ਿੰਦੜੀ ਨਾਲ ਧਰਵੋ ਕਮਾਇਆ ਕਿ ਬਚਪਨ ਦਾ ਸਮਾਂ ਤੇ ਅਜਾਈ ਗਵਾ ਲਿਆ। ਪਰ ਇੱਥੋਂ ਇੱਕ ਹੋਰ ਨੁਕਤਾ ਸਿੱਖਣ ਵਾਲਾ ਹੈ। ਭਾਈ ਗੁਰਦਾਸ ਜੀ ਦੀ ਇਸ ਗੱਲ ਤੋਂ ਇੱਕ ਹੋਰ ਨੁਕਤਾ ਸਿੱਖਣ ਵਾਲਾ ਹੈ ਕਿ ਗੁਰੂ ਕੇ ਰਾਹੇ ਦੇ ਉੱਤੇ ਤੁਰਨ ਦਾ, ਬੰਦਗੀ ਕਰਨ ਦਾ, ਇਬਾਦਤ ਕਰਨ ਦਾ ਸਫ਼ਰ ਤੇ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਨਹੀਂ ਤੇ ਉਹ ਵੀ ਕੇਵਲ ਤੇ ਕੇਵਲ ਬੁਢੇਪੇ ਦੀ ਗੱਲ ਕਰ ਸਕਦੇ ਸਨ। ਪਰ ਜਦੋਂ ਵੀ ਸਤਿਗੁਰੂ ਨੇ ਬੰਦੇ ਦੇ ਜੀਵਨ ਦੀ ਗੱਲ ਕੀਤੀ, ਉਹਨਾਂ ਨੇ ਜਨਮ ਤੋਂ ਗੱਲ ਕੀਤੀ ਕਿ ਜੇ ਇਬਾਦਤ ਕਰਨੀ ਹੈ, ਬੰਦਗੀ ਕਰਨੀ ਹੈ ਤੇ ਜਨਮ ਤੋਂ ਹੀ ਸ਼ੁਰੂ ਕਰ ਦੇ, ਬਾਲਪੁਣੇ ਤੋਂ ਹੀ ਸ਼ੁਰੂ ਕਰ ਦੇ। ਪਰ ਮਾਫ ਕਰਨਾ ਖਾਲਸਾ ਜੀ, ਕਈ ਵਾਰ ਕਹਿ ਦਈਏ ਬੱਚਿਆਂ ਨੂੰ ਗੁਰਮਤਿ ਪੜ੍ਹਾਓ, ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਦਿਵਾਓ, ਬੱਚਿਆਂ ਨੂੰ ਕੀਰਤਨ ਸਿਖਾਓ, ਗੁਰੂ ਕਾ ਜਸ ਗਾਉਣਾ ਸਿਖਾਓ, ਅਕਸਰ ਕਹਿ ਦਿੰਦੇ ਆ ਹਜੇ ਬੱਚਿਆਂ ਦੀ ਖੇਡਣ ਦੀ ਉਮਰ ਹੈ। ਪਰ ਜੇ ਫਿਰ ਕਹਿ ਦਈਏ ਕਿ ਬੱਚਿਆਂ ਨੂੰ ਖੇਡ ਹੀ ਲੈਣ ਦੋ, ਸਕੂਲੇ ਕਿਉਂ ਭੇਜਦੇ ਹੋ? ਨਹੀਂ ਨਹੀਂ, ਜੇ ਖੇਡਣਗੇ ਪੜ੍ਹਨਗੇ ਨਹੀਂ ਤੇ ਵੱਡੇ ਹੋ ਕੇ ਕੀ ਕਰਨਗੇ? ਜੇ ਸੰਸਾਰ ਦੇ ਵਿੱਚ ਜੀਣ ਲਈ ਸੰਸਾਰ ਦੀ ਪੜ੍ਹਾਈ ਅਤ ਜ਼ਰੂਰੀ ਹੈ ਤੇ ਸੱਚ ਜਾਣਿਓ ਖੁਦਾ ਦੀ ਮੰਜ਼ਲ ਤੱਕ ਪਹੁੰਚਣ ਲਈ ਵੀ ਅਧਿਆਤਮਕ ਦੀ ਪੜ੍ਹਾਈ ਵੀ ਅਤ ਜ਼ਰੂਰੀ ਹੈ। ਬੱਚਿਆਂ ਨੂੰ ਸਿੱਖਿਆ ਦਈਏ ਕਿ ਬੱਚਿਓ ਤੁਹਾਡੀ ਜ਼ਿੰਦੜੀ ਨਾਲ ਤੁਸੀਂ ਧਰੋ ਨਾ ਕਮਾਇਓ, ਅਸੀਂ ਆਪਣੀ ਉਮਰ ਅਜਾਈ ਗਵਾ ਚੱਲੇ ਹਾਂ, ਪਰ ਤੁਸੀਂ ਬਚਪਨ ਤੋਂ ਹੀ ਇਬਾਦਤ ਔਰ ਬੰਦਗੀ ਦੇ ਰਾਹੇ ਤੇ ਤੁਰਨਾ ਸ਼ੁਰੂ ਕਰ ਦਿਓ। ਤਾਂ ਹੀ ਸਤਿਗੁਰੂ ਨੇ ਕਿਹਾ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਹਨਾਂ ਦਾ ਉਦਾਹਰਣ ਤਾਂ ਦਿੱਤਾ ਵੀ ਉਹਨਾਂ ਨੇ ਬਚਪਨ ਤੋਂ ਹੀ ਬੰਦਗੀ ਸ਼ੁਰੂ ਕਰ ਦਿੱਤੀ, ਇਬਾਦਤ ਸ਼ੁਰੂ ਕਰ ਦਿੱਤੀ। ਭਾਈ ਗੁਰਦਾਸ ਜੀ ਕਹਿੰਦੇ ਨੇ ਪਹਿਲਾਂ ਤੇ ਆਪਣੀ ਬਚਪਨ ਵਾਲਾ ਜਿਹੜਾ ਹਿੱਸਾ ਸੀ ਉਹ ਇਹਨੇ ਖੇਡਾਂ ਕੁੱਦਾਂ ਦੇ ਵਿੱਚ ਹੀ ਵਿਅਰਥ ਗਵਾ ਦਿੱਤਾ। ਸੁਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੈ, ਭਰ ਜੋਬਨ ਭਰਮਾਈਐ, ਪਰ ਤਨ ਤਨ ਪਰ ਨਿੰਦ ਲੁਭਾਵੈ। ਜਦੋਂ ਕਹਿੰਦੇ ਨੇ ਜਵਾਨੀ ਨੇ ਆ ਕੇ ਘੇਰਾ ਪਾਇਆ, ਪਰਾਏ ਤਨ, ਪਰਾਏ ਧਨ ਤੇ ਪਰਾਈ ਨਿੰਦਿਆ ਦੇ ਲੋਭ ਦੇ ਵਿੱਚ ਗਲਕਤ ਹੋ ਗਿਆ। ਵਿਸ਼ਿਆਂ ਵਕਾਰਾਂ ਨੇ ਅੱਗ ਲਵਕੜੀ ਪਾਈ, ਧਾਵਾ ਬੋਲ ਦਿੱਤਾ। ਕਾਮ ਨੇ, ਕ੍ਰੋਧ ਨੇ, ਲੋਭ ਨੇ, ਮੋਹ ਅਹੰਕਾਰ ਨੇ। ਔਰ ਕਹਿੰਦੇ ਨੇ ਕਿ ਗੱਲਾਂ ਕਰਦਾ ਸੀ ਬੁਢੇਪੇ ਦੇ ਵਿੱਚ, ਵੇਲ ਵਿੱਚ ਬੈਠ ਕੇ ਰੱਬ ਦੀ ਬੰਦਗੀ ਕਰਾਂਗਾ, ਪਰ ਕਹਿੰਦੇ ਨੇ ਬਿਰਧ ਹੋਵਾ ਜੰਜਾਲ ਵਿੱਚ, ਮਹਾਜਾਲ ਪਰਿਵਾਰ ਫਹਾਵੈ। ਅੱਜ ਬਿਰਧ ਹੋ ਗਿਆ, ਬੁਢੇਪਾ ਆ ਗਿਆ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜੇ ਪਰਿਵਾਰ ਦੇ ਜੀ ਸਨ ਉਹਨਾਂ ਦੇ ਮੋਹ ਦੇ ਵਿੱਚ ਹੀ ਉਲਝ ਕੇ ਰਹਿ ਗਿਆ, ਉਹਨਾਂ ਦੇ ਮੋਹ ਦੇ ਵਿੱਚ ਉਲਝ ਗਿਆ, ਬੁਢੇਪੇ ਦੇ ਵਿੱਚ ਮੋਹ ਦੇ ਵਿੱਚ ਉਲਝ ਗਿਆ। ਔਰ ਅੱਗੇ ਜਾ ਕੇ ਕਹਿੰਦੇ ਨੇ ਜਿਨ੍ਹਾਂ ਦੇ ਮੋਹ ਦੇ ਵਿੱਚ ਉਲਝਿਆ, ਜਿਨ੍ਹਾਂ ਕਰਕੇ ਇਬਾਦਤ ਨਾ ਕੀਤੀ, ਜਿਨ੍ਹਾਂ ਦੀ ਹਰ ਪਲ ਚਿੰਤਾ ਆਪਣੇ ਦਿਮਾਗ ਤੇ ਰੱਖਦਾ ਸੀ ਬੱਚਿਆਂ ਦਾ ਕੀ ਬਣੇਗਾ, ਇਹ ਜੀਵਨ ਦੇ ਵਿੱਚ ਸੈੱਟ ਕਿੱਦਾਂ ਹੋਣਗੇ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨਾਂ ਦੀ ਚਿੰਤਾ ਕਰਦਾ ਕਰਦਾ, ਉਹਨਾਂ ਦੇ ਜਾਲ ਦੇ ਵਿੱਚ ਉਲਝਦਾ ਉਲਝਦਾ ਅੱਜ ਐਸੇ ਹਾਲਾਤ ਬਣ ਗਏ ਕਿ ਬਲਹੀਣਾ ਮਤਹੀਣ ਹੋਏ, ਨਾਉ ਬਹਤਰਿਆ ਬਰੜਾਵੈ। ਕਹਿੰਦੇ ਨੇ ਐਸੇ ਹਾਲਾਤ ਬਣ ਗਏ ਕਿ ਨੈਣ ਹੋ ਨੀਰ ਵਹਿ ਤਨ ਖੀਨਾ, ਭਏ ਕੇਸ ਦੁੱਧਵਾਣੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਣੀ। ਕਹਿੰਦੇ ਨੇ ਜਿਹੜੀ ਇਹ ਮਾਤੇ ਇਹ ਬਲਹੀਣ ਹੋ ਚੁੱਕੀ ਏ। ਤੇ ਕਹਿੰਦੇ ਨੇ ਜਿਨ੍ਹਾਂ ਦੇ ਮੋਹ ਦੇ ਵਿੱਚ ਉਲਝਿਆ ਸੀ, ਜਿਨ੍ਹਾਂ ਦੀ ਚਿੰਤਾ ਕਰਦਾ ਸੀ, ਅੱਜ ਬੁਢੇਪਾ ਆ ਗਿਆ ਤੇ ਉਹਨਾਂ ਨੇ ਨਾਂ ਰੱਖ ਦਿੱਤਾ ਕਿ ਇਹ ਤੇ ਸਤਰਿਆ ਬਤਰਿਆ ਗਿਆ। ਅੱਜ ਉਹਨਾਂ ਨੇ ਨਾਮ ਰੱਖ ਦਿੱਤਾ ਅੰਨਾ ਬੋਲਾ ਪਿੰਗਲਾ, ਤਨ ਥੱਕਾ ਮਨ ਦਹਿ ਦਿਸ ਧਾਵੈ। ਅੱਜ ਨੇਤਰਾਂ ਦੀ ਰੋਸ਼ਨੀ ਕਮਜ਼ੋਰ ਹੋ ਗਈ, ਘਟ ਗਈ, ਅੱਖਾਂ ਤੋਂ ਬਹੁਤਾ ਨਜ਼ਰ ਨਹੀਂ ਆਉਂਦਾ, ਲੱਤਾਂ ਕਮਜ਼ੋਰ ਨੇ, ਚੌਂਕੜਾ ਲਾ ਕੇ ਭਜਨ ਕੀਤਾ ਨਹੀਂ ਜਾਂਦਾ, ਗੁਰੂ ਘਰ ਭੱਜ ਭੱਜ ਸੇਵਾ ਨਹੀਂ ਕੀਤੀ ਜਾਂਦੀ,
ਤਨ ਦੇ ਵਿੱਚ ਥਕਾਵਟ ਇਤਨੀ ਕਿ ਹੈ, ਤਨ ਹੁਣ ਬਹੁਤੀ ਮਿਹਨਤ ਕਰ ਨਹੀਂ ਸਕਦਾ। ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁਧਵਾਨੀ, ਰੂਹ ਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪ੍ਰਾਣੀ। ਦੱਸ ਹੁਣ ਕੀ ਕਰੇਗਾ ਜਦੋਂ ਤੇਰਾ ਤਨ ਵੀ ਥਕਾਵਟ ਵਿੱਚ ਹੈ, ਤਨ ਦੇ ਵਿੱਚ ਤਾਕਤ ਕੋਈ ਨਹੀਂ, ਅੱਖਾਂ ਤੋਂ ਦਿਸਦਾ ਕੋਈ ਨਹੀਂ, ਗਲੇ ਦੇ ਵਿੱਚ ਬਲਗਮ ਜੰਮ ਚੁੱਕੀ ਹੈ, ਲੱਤਾਂ ਵਿੱਚ ਤਾਕਤ ਕੋਈ ਨਹੀਂ ਕਿ ਤੂੰ ਸੇਵਾ ਕਰ ਸਕੇ। ਪਰ ਕਹਿੰਦੇ ਨੇ ਹੈਰਾਨੀ ਦੀ ਗੱਲ ਹੈ, ਜਿਹੜਾ ਤੇਰਾ ਮਨ ਜਨਮ ਤੋਂ ਜਿੰਨੇ ਭਜਣਾ ਸ਼ੁਰੂ ਕੀਤਾ ਸੀ, ਅੱਜ ਤੇਰਾ ਤਨ ਥੱਕ ਗਿਆ ਪਰ ਤੇਰਾ ਮਨ ਦਹਿ ਦਿਸਤਾਵੈ, ਮਨ ਹਲੇ ਵੀ ਦਸਾਂ ਦਿਸ਼ਾਵਾਂ ਦੇ ਵਿੱਚ ਭੱਜੀ ਫਿਰਦਾ। ਸਾਰੀ ਉਮਰ ਬੀਤ ਗਈ, ਬਚਪਨ ਚਲਿਆ ਗਿਆ, ਜਵਾਨੀ ਚਲੀ ਗਈ, ਬੁਢੇਪਾ ਆ ਗਿਆ, ਬੁਢੇਪਾ ਵੀ ਲੰਘ ਜਾਏਗਾ, ਪਰ ਇਹ ਜਿਹੜਾ ਮਨ ਸੀ, ਇਹ ਮਨ ਹਲੇ ਵੀ ਭਜਨੋਂ ਨਾ ਹਟਿਆ। ਕਿਉਂ? ਕਿਉਂਕਿ ਸਾਧ ਸੰਗਤ ਗੁਰ ਸ਼ਬਦ ਵੇਣ, ਲੱਖ 84 ਜੂਨ ਭਵਾਵੈ, ਓਸਰ ਚੁੱਕਾ ਹੱਥ ਨਾ ਆਵੈ। ਓਸਰ ਮਿਲਿਆ ਸੀ ਮਨੁੱਖਾ ਦੇਹੀ ਦਾ ਕਿ ਸੰਗਤ ਵਿੱਚ ਜੁੜ ਕੇ ਗੁਰ ਸ਼ਬਦ ਦਾ ਅਭਿਆਸ ਕਰਕੇ, ਗੁਰ ਸ਼ਬਦ ਦੀ ਕਮਾਈ ਕਰਕੇ ਖੁਦਾ ਦੀ ਮੰਜ਼ਲ ਤੱਕ ਪਹੁੰਚ ਸਕੇ। ਪਰ ਅੱਜ ਸੰਗਤ ਵਿੱਚ ਗਿਆ ਪਰ ਗੁਰ ਸ਼ਬਦ ਦੀ ਕਮਾਈ ਨਾ ਕੀਤੀ, ਸ਼ਬਦ ਦਾ ਅਭਿਆਸ ਨਾ ਕੀਤਾ, ਤੇ ਸੱਚ ਜਾਣੀ ਦੁਬਾਰਾ ਫਿਰ ਲੱਖ 84 ਜੂਨ ਭਵਾਵੈ, ਦੁਬਾਰਾ ਫਿਰ ਲੱਖ 84 ਜੂਨ ਦੇ ਗੇੜੇ ਦੇ ਵਿੱਚ ਆਉਣਾ ਪੈ ਗਿਆ। ਓਸਰ ਚੁੱਕਾ ਹੱਥ ਨਾ ਆਵੈ, ਓਸਰ ਹੱਥ ਦੇ ਵਿੱਚੋਂ ਇਹ ਅਵਸਰ ਬੜਾ ਵੱਡਾ ਮਿਲਿਆ ਸੀ ਪਰਮਾਤਮਾ ਦੇ ਨਾਮ ਨੂੰ ਸਿਮਰਨ ਦਾ, ਭਜਨ ਬੰਦਗੀ ਕਰਨ ਦਾ, ਪਰ ਇਹ ਹੱਥੋਂ ਚਲਾ ਗਿਆ। ਤਾਂ ਹੀ ਸਤਿਗੁਰੂ ਨੇ ਕਿਹਾ ਕਿ ਕਿਉਂ ਸੰਸਾਰ ਦਾ ਮਾਇਆ ਦਾ ਅਹੰਕਾਰ ਕਰਦਾ। ਇਹ ਮਾਇਆ ਨੇ ਲਾਹਾ ਨਹੀਂ ਦੇਣਾ, ਮਾਇਆ ਨੇ ਮੁਨਾਫਾ ਨਹੀਂ ਦੇਣਾ। ਜੇ ਕਰਨਾ ਹੀ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫਕੜੈ, ਕਿਹੜੇ ਕੰਮਾਂ ਦੇ ਵਿੱਚ ਲੱਗਾ? ਸਭ ਮੁਕਦੀ ਚੱਲੀ ਰਹਿਣ। ਰਹਿਣ ਤੋਂ ਭਾਵ ਸਾਡਾ ਜੀਵਨ ਰੂਪੀ ਰਾਤ ਇਹ ਲੰਘਦਾ ਜਾ ਰਿਹਾ ਹੈ, ਮੌਤ ਦਾ ਸੂਰਜ ਆ ਰਿਹਾ ਹੈ, ਤੈਨੂੰ ਆਪਣੀ ਗਲਵਕੜੀ ਦੇ ਵਿੱਚ ਉਹ ਮੌਤ ਨੇ ਲੈਣਾ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫਕੜੇ, ਸਭ ਮੁਕਦੀ ਚੱਲੀ ਰਹਿਣ। ਭਾਈ ਗੁਰਦਾਸ ਜੀ ਦਾ ਬਚਨ ਪੜ੍ਹਦੇ ਹੋਏ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਉਹਨਾਂ ਨੇ ਜਦੋਂ ਇਹ ਬਚਨ ਕੀਤਾ, ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿ ਦਿਸਤਾਵੈ, ਕਿ ਬੁਢੇਪੇ ਦੇ ਵਿੱਚ ਅੱਖਾਂ ਤੋਂ ਦਿਸਣਾ ਘੱਟ ਹੋ ਗਿਆ, ਲੱਤਾਂ ਤੋਂ ਤਾਕਤ ਚਲੀ ਗਈ, ਬਹੁਤਾ ਚੌਂਕੜਾ ਨਹੀਂ ਲੱਗਦਾ, ਗਲੇ 'ਚ ਬਲਗਮ ਜੰਮ ਗਈ, ਤਨ ਦੇ ਵਿੱਚ ਥਕਾਵਟ ਮਹਿਸੂਸ ਹੁੰਦੀ ਹੈ, ਪਰ ਮਨ ਹਲੇ ਵੀ ਭੱਜਿਆ ਫਿਰਦਾ। ਤੇ ਸਤਿਗੁਰੂ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ, ਸੁਨੋ ਰੇ ਤੂੰ ਕੌਣ ਕਹਾਂ ਤੇ ਆਇਓ, ਇਹ ਤੀਕ ਨਾ ਜਾਣੋ ਕੇਤਿਕ ਮੁੱਦਤ ਚਲਤੇ ਖਬਰ ਨਾ ਪਾਇਓ। ਮੇਰੇ ਮਨ ਵਿੱਚ ਆਇਆ ਕਿ ਕੇਵਲ ਇਸ ਜੀਵਨ ਦੇ ਵਿੱਚ ਹੀ ਨਹੀਂ, ਇਹ ਮਨ ਤੇ ਪਤਾ ਹੀ ਨਹੀਂ ਕਿੰਨਿਆਂ ਕਿ ਜਨਮਾਂ ਦਾ ਭੱਜ ਰਿਹਾ ਹੈ। ਕੇਤਿਕ ਮੁੱਦਤ ਚਲਤੇ ਖਬਰ ਨਾ ਪਾਇਓ, ਇਹ ਤੀਕ ਨਾ ਜਾਣੋ ਕੇਤਿਕ ਮੁੱਦਤ ਚਲਤੇ ਖਬਰ ਨਾ ਪਾਇਓ। ਕਿੰਨਿਆਂ ਮੁੱਦਤਾਂ ਤੋਂ ਮਨ ਚੱਲ ਰਿਹਾ ਹੈ, ਪਰ ਕਦੇ ਮਨ ਦੇ ਨਾਲ ਬੈਠ ਕਰਕੇ ਗੁਰੂ ਸ਼ਬਦ ਦਾ ਅਭਿਆਸ ਨਾ ਕੀਤਾ ਕਿ ਇਹ ਮਨ ਦੀ ਥਕਾਵਟ ਦੂਰ ਕਰ ਦੇਵਾਂ, ਇਸ ਮਨ ਨੂੰ ਉਸ ਖੁਦਾ ਤੱਕ ਪਹੁੰਚਾ ਦੇਵਾਂ। ਸਤਿਗੁਰੂ ਕਹਿੰਦੇ ਤੂੰ ਆਪਣੀ ਜ਼ਿੰਦੜੀ ਦੇ ਨਾਲ ਬਹੁਤ ਵੱਡਾ ਧਰੋ ਕਮਾ ਚੁੱਕਿਆ, ਪਰ ਆਪਣੀ ਜਿੰਦ ਦੇ ਨਾਲ ਧਰੋ ਨਾ ਕਮਾ। ਆਪਣੀ ਮੰਜ਼ਲ ਨੂੰ ਯਾਦ ਰੱਖ, ਆਪਣੇ ਉਸ ਖੁਦਾ ਨੂੰ ਯਾਦ ਰੱਖ। ਇੱਕ ਵਿਦਵਾਨ ਨੇ ਬਹੁਤ ਸੋਹਣਾ ਲਿਖਿਆ, ਕਹਿੰਦਾ ਬਚਪਨ ਤੋਂ ਬੀਤਿਆ, ਜਵਾਨੀ ਦੇ ਵਿੱਚ ਆਇਆ, ਬੁਢੇਪੇ ਵਿੱਚ ਆਇਆ, ਇਹ ਤਿੰਨ ਅਵਸਥਾਵਾਂ ਜੀਵਨ ਦੀਆਂ ਮੈਂ ਪਾਰ ਕੀਤੀਆਂ, ਪਰ ਅੱਜ ਮੌਤ ਵੇਲੇ ਮੈਂ ਸੋਚਿਆ, ਮਨ ਦੇ ਵਿੱਚ ਇੱਕ ਫੁਰਨਾ ਆਇਆ ਕਿ ਮੁੱਦਤ ਹੁਈ ਇਤਨੀ ਮੁਝੇ ਨਿਕਲੇ हुए घर से, ए तीक न जानो केतिक मुद्दत चलते खबर ना पायो, कि मुद्दत हुई इतनी मुझे निकले हुए घर से, ये भी नहीं मालूम कि आया हूं किधर से। अज मौत वेले याद आया कि किन्नियां ही मुद्दतां हो गईयां मैनू ते, खुदा दे कोलों आया इस संसार दे विच कदे 84 ਲੱਖ जून च, अज मनुखा देही दे विच किन्नियां मुद्दतां हो गईयां ने। सारा जीवन अजाई गवा दिता है, अज नेत्र बंद करन लगा वां, मौत आ चुकी है, पर अज ये भी चेता नहीं कि मैं आया किधरों, ये भी नहीं मालूम कि आया हूं किधर से, अपना मुझे आगाज भी मालूम नहीं है, ये भी नहीं मालूम कि मंजिल भी कहीं है। मैनू भुल गया अपना राह, मैनू भुल गई अपनी ओ मंजिल खुदा दी दरगाह,
ਮੈਨੂੰ ਭੁੱਲ ਗਿਆ ਬੰਦਗੀ ਦਾ ਰਾਹ। ਮੈਂ ਆਪਣੀ ਜ਼ਿੰਦਗੀ ਦੇ ਨਾਲ ਬਹੁਤ ਵੱਡਾ ਧਰੋਹ ਕਮਾਇਆ, ਧੋਖਾ ਕੀਤਾ। ਇਸ ਰੂਹ ਨੂੰ, ਇਸ ਆਤਮਾ ਨੂੰ ਇਹ ਸਰੀਰ ਮਿਲਿਆ ਸੀ ਕਿ ਇਹ ਸਰੀਰ ਆਤਮਾ ਦਾ ਹਮਸਫਰ ਬਣ ਕੇ ਖੁਦਾ ਤੱਕ ਪਹੁੰਚੇ, ਪਰ ਸਰੀਰ ਨੇ ਧਰੋਹ ਕਮਾ ਲਿਆ, ਇੰਦਰੀਆਂ ਨੇ ਧਰੋਹ ਕਮਾ ਲਿਆ। ਸਤਿਗੁਰੂ ਕਹਿੰਦੇ ਧਰੋਹ ਮੋਹ ਦੂਰ ਕਰ ਬਪਰੇ, ਛੱਡ ਦੇ ਜ਼ਿੰਦਗੀ ਨਾਲ ਧਰੋਹ ਕਮਾਉਣਾ, ਸੰਗ ਗੋਪਾਲ ਲਹਿ ਜਾਣੇ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਹਮੇਸ਼ਾ ਅੰਗ ਸੰਗ ਜਾਣ। ਉਸ ਅਕਾਲ ਪੁਰਖ ਵਾਹਿਗੁਰੂ ਗੋਪਾਲ ਨੂੰ ਅੰਗ ਸੰਗ ਜਾਣ। ਦਕਾਲੰ ਪ੍ਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬੈਭੂਤੇ। ਉਹ ਸਦਾ ਮੇਰੇ ਅੰਗ ਸੰਗ ਹੈ, ਗੁਰੂ ਮੇਰਾ ਸੰਗ ਸਦਾ ਹੈ ਨਾਲੇ। ਪਰ ਮੈਂ ਬੇਨਤੀ ਕਰਾਂ, ਬੰਦਾ ਗੁਰੂ ਨੂੰ ਉਦੋਂ ਅੰਗ ਸੰਗ ਜਾਣੇਗਾ ਜਦੋਂ ਇੱਕ ਵਾਰ ਗੁਰੂ ਕਾ ਸਿੱਖ ਖੁਦ ਗੁਰੂ ਕੇ ਅੰਗ ਸੰਗ ਜਾ ਕੇ ਸਹਿਜ ਪਾਠ ਕਰੇਗਾ, ਸ਼ਬਦ ਦਾ ਅਭਿਆਸ ਕਰੇਗਾ, ਵਾਹਿਗੁਰੂ ਗੁਰੂ ਮੰਤਰ ਦਾ, ਮੂਲ ਮੰਤਰ ਦਾ ਅਭਿਆਸ ਕਰੇਗਾ, ਤਾਂ ਬੰਦਾ ਗੁਰੂ ਨੂੰ ਅੰਗ ਸੰਗ ਜਾਣ ਸਕਦਾ। ਮੇਰੇ ਮਨ ਦੇ ਵਿੱਚ ਕਈ ਵਾਰ ਆਉਂਦਾ, ਜਿਹੜੇ ਅਭਿਆਸੀ ਸੱਜਣ ਨੇ ਉਹ ਅਨੁਭਵ ਜ਼ਰੂਰ ਕਰਨਗੇ। ਪਿਆਰ ਵਾਲਿਓ, ਜਦੋਂ ਰਾਤ ਨੂੰ ਬੰਦਾ ਸੌਣ ਲਈ ਜਾਂਦਾ ਹੈ, ਆਰਾਮ ਵਿੱਚ ਜਾਂਦਾ ਹੈ, ਵਿਸ਼ਰਾਮ ਵਿੱਚ ਜਾਂਦਾ ਹੈ, ਸੁਬਾਹ ਜਾਗ ਖੁੱਲਦੀ, ਆਪਾਂ ਸਾਰੇ ਕਹਿੰਦੇ ਮਾਈਂਡ ਫਰੈਸ਼ ਹੁੰਦਾ ਹੈ, ਮਾਈਂਡ ਬੜਾ ਫਰੈਸ਼ ਹੁੰਦਾ ਹੈ ਸਵੇਰੇ ਉੱਠ ਕੇ। ਪਰ ਕਦੇ ਸਵੇਰੇ ਉੱਠ ਕੇ ਗੁਰਮੰਤਰ ਦਾ ਜਾਂ ਮੂਲ ਮੰਤਰ ਦਾ ਅਭਿਆਸ ਸ਼ੁਰੂ ਕਰੋ। ਜਿਹੜਾ ਇਹ ਮਨ ਸਾਨੂੰ ਲੱਗਦਾ ਵੀ ਹੁਣ ਐ ਟਿਕਾ ਦੇ ਵਿੱਚ ਹੈ, ਜਦੋਂ ਮੂਲ ਮੰਤਰ ਔਰ ਗੁਰਮੰਤਰ ਨੇਤਰ ਬੰਦ ਕਰਕੇ ਅਭਿਆਸ ਸ਼ੁਰੂ ਕਰਾਂਗੇ, ਮੈਂ ਕਈ ਵਾਰ ਹੱਸਦਾ ਵੀ 180 ਦੀ ਸਪੀਡ ਤੋਂ ਵੀ ਵੱਧ ਮਨ ਭੱਜਦਾ। ਮਨ ਦਹਿ ਦਿਸਤਾਵ ਹੈ, ਕਈ ਦਿਸ਼ਾਵਾਂ ਦੇ ਵਿੱਚ ਭੱਜਦਾ। ਫਿਰ ਗੁਰੂ ਨੂੰ ਅੰਗ ਸੰਗ ਜਾਣੇ ਕਿਵੇਂ? ਵੀ ਮਨ ਨੂੰ ਤੇ ਪਤਾ ਹੀ ਕੋਈ ਨਹੀਂ ਵੀ ਮੈਂ ਖੜਨਾ ਕਿੱਥੇ ਹੈ। ਮਨ ਨੂੰ ਖਿਲਾਰੇਗਾ ਕੌਣ? ਜਿਉਂ ਮੰਦਰ ਕੋ ਥਾਮੇ ਥੰਮਣ, ਤਿਉਂ ਗੁਰ ਕਾ ਸ਼ਬਦ ਮਨਹਿ ਅਸਥੰਮਨ। ਗੁਰੂ ਦਾ ਸ਼ਬਦ ਖਿਲਾਰੇਗਾ, ਵਾਹਿਗੁਰੂ ਗੁਰਮੰਤਰ ਖਿਲਾਰੇਗਾ ਮਨ ਨੂੰ, ਮੂਲ ਮੰਤਰ ਦਾ ਅਭਿਆਸ ਖਿਲਾਰੇਗਾ ਮਨ ਨੂੰ। ਸੋ ਸਤਿਗੁਰੂ ਸੱਚੇ ਪਾਤਸ਼ਾਹ ਵਿਸ਼ਰਾਮ ਦਿੰਦੇ ਹੋਏ ਅੱਗੇ ਜਾ ਕੇ ਬਖਸ਼ਿਸ਼ ਕਰਦੇ ਨੇ, ਧਰੋਹ ਮੋਹ ਦੂਰ ਕਰ ਬਪਰੇ, ਸੰਗ ਗੋਪਾਲ ਲਹਿ ਜਾਨ ਰਹਾਓ। ਮਿਥਿਆ ਰਾਜ ਜੋਬਨ ਅਰ ਉਮਰੇ, ਮੀਰ ਮਲਕ ਅਰ ਖਾਨ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਅੱਗੇ ਜਾ ਕੇ ਬਖਸ਼ਿਸ਼ ਕਰਦੇ ਨੇ ਔਰ ਬੰਦੇ ਨੂੰ ਸਮਝਾਉਂਦੇ ਨੇ ਕਿ ਬੰਦਾ ਸੰਸਾਰ ਦੇ ਵਿੱਚ 3-4 ਚੀਜ਼ਾਂ ਦਾ ਬਹੁਤਾ ਮਾਣ ਕਰਦਾ ਹੈ। ਰਾਜ ਭਾਗ ਦਾ, ਕਿਸੇ ਦੀ ਸਰਕਾਰੇ ਦੁਬਾਰੇ ਮਾੜੀ ਮੋਟੀ ਚੱਲਦੀ ਹੋਵੇ ਬੜਾ ਮਾਣ ਹੁੰਦਾ ਵੀ ਮੇਰੀ ਚੱਲਦੀ ਹੈ। ਆਪਣੀ ਉਮਰ ਦਾ, ਕੇਸ ਸਫੇਦ ਹੋ ਜਾਣ, ਚਿੱਟੇ ਧੋਲੇ ਆ ਜਾਣ, ਮਨ ਭਾਵੇਂ ਨਾ ਟਿਕਿਆ ਹੋਵੇ ਪਰ ਬੜਾ ਮਾਣ ਹੁੰਦਾ ਵੀ ਮੈਂ ਧੁੱਪ ਦੇ ਵਿੱਚ ਨਹੀਂ ਚਿੱਟੇ ਕੀਤੇ। ਕਹਿੰਦੇ ਨੇ ਕਈਆਂ ਨੂੰ ਆਪਣੀ ਉਮਰ ਦਾ ਬੜਾ ਮਾਣ ਹੈ, ਆਪਣੀ ਜਵਾਨੀ ਦਾ ਬੜਾ ਮਾਣ ਹੈ, ਆਪਣੇ ਰਾਜ ਭਾਗ ਦਾ ਬੜਾ ਮਾਣ ਹੈ, ਪਰ ਇਹ ਸਭ ਕੂੜ ਹੈ, ਸਭ ਝੂਠ ਹੈ। ਮੈਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਇੱਕ ਦਾਸਤਾਨ ਆਪ ਜੀ ਨਾਲ ਸਾਂਝੀ ਕਰਾਂ ਖਾਲਸਾ ਜੀ, ਕਿਉਂਕਿ ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਬੰਦੀ ਛੋੜ ਸਤਿਗੁਰੂ ਤਿੰਨਾਂ ਦਾ ਪ੍ਰਕਾਸ਼ ਪੁਰਬ ਵੀ ਹੈ। ਤੇ ਯਤਨ ਇਹ ਕਰੀਏ ਵੀ ਕਿਤੇ ਸਾਡੇ ਹਿਰਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਦੀ ਸਿੱਖਿਆ ਦਾ ਪ੍ਰਕਾਸ਼ ਹੋਵੇ। ਬੰਦੀ ਛੋੜ ਸਤਿਗੁਰੂ 52 ਰਾਜੇ ਮੈਂ ਅਕਸਰ ਬੇਨਤੀ ਕਰਦਾ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚੋਲੇ ਦੀ 52 ਕਲੀਆਂ ਦਾ ਆਸਰਾ ਤੱਕਿਆ, 52 ਕਲੀਆਂ ਦਾ ਆਸਰਾ ਤੱਕ ਕੇ ਗਵਾਲੀਅਰ ਦੀ ਕੈਦ ਚੋਂ ਬਾਹਰ ਆ ਗਏ। ਅੱਜ ਗੁਰੂ ਕਾ ਸਿੱਖ ਯਤਨ ਕਰੇ ਇਹ ਗੁਰੂ ਕੀ ਬਾਣੀ ਰੂਪੀ ਕਲੀਆਂ ਦਾ ਆਸਰਾ ਤੱਕ ਕੇ ਇਹ ਵਿਸ਼ਿਆਂ ਵਕਾਰਾਂ ਦੀ ਕੈਦ ਤੋਂ ਬਾਹਰ ਆਵੇ, ਹੰਕਾਰ ਦੀ ਕੈਦ ਤੋਂ ਬਾਹਰ ਆਵੇ, ਮੋਹ ਮਮਤਾ ਦੀ ਕੈਦ ਤੋਂ ਬਾਹਰ ਆਵੇ, ਯਤਨ ਕਰੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦਾ ਇੱਕ ਬਚਨ ਚੇਤੇ ਆਇਆ। ਉਹ ਅਕਸਰ ਕਿਹਾ ਕਰਦੇ ਸਨ ਕਿ ਗੁਰੂ ਕਿਉਂ ਸਿੱਖੋ, ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਨਾਮ ਆਪਣੀ ਰਸਨਾ ਤੇ ਟਿਕਾਉਂਦੇ ਹੋ ਨਾ, ਸਾਰੇ ਹੀ ਅੱਜ ਆਪਾਂ ਪੜ ਰਹੇ ਹਾਂ, 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ,
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਨਾਮ ਜਦੋਂ ਆਪਣੀ ਰਸਨਾ ਤੇ ਲਿਆਵੇਂ, ਮਨ ਵਿੱਚ ਭਾਵਨਾ ਬਣਾਈ ਗੁਰੂ ਕਿਆ ਸਿੱਖਾ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਜੋ ਨਾਮ ਹੈ, ਕੇਵਲ ਸੰਸਾਰ ਦੇ ਸ਼ਬਦਾਂ ਦਾ ਜੋੜ ਨਾ ਸਮਝੀ, ਰੂਹਾਨੀਅਤ ਦੇ ਖਜ਼ਾਨੇ ਦੇ ਨਾਲ ਭਰਿਆ ਹੈ ਸੱਚੇ ਪਾਤਸ਼ਾਹ ਦਾ ਨਾਮ। ਰੂਹਾਨੀਅਤ ਦੇ ਖਜ਼ਾਨੇ ਦੇ ਨਾਲ, ਅਧਿਆਤਮਕ ਦੇ ਖਜ਼ਾਨੇ ਦੇ ਨਾਲ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਬਾਰਕ ਨਾਮ ਦੇ ਅਰਥ ਕੀਤੇ। ਕਲਮ ਬੰਦ ਕੀਤੀ ਉਹਨਾਂ ਨੇ ਅਰਥਾਂ ਨੂੰ, ਔਰ ਲਿਖਿਆ, ਹਾਏ ਨਾਮੇ ਹਵੀਅਤ ਇਰਤ ਸਾਮ ਸ਼ਹਾਦੀਏ ਕੋਨੈਨ, ਵਾਰਾਏ ਰਹਿਮਤ ਇਕਤਜ਼ਾਏ ਸ਼ਰੋਸ਼ਨੀਏ ਹਰ ਐਨ, ਕਾਫੇ ਫਾਰਸੀਸ਼ ਗੋਹਰੇ ਹਕ ਜ਼ਿਲਾ, ਵਾ ਵਾਵੇ ਬਾਦੀ ਵਿਰਦੁਲਮਾ ਜਾਂ ਫਿਜ਼ਾ, ਬਾਏ ਅਬਦ ਜ਼ਆਇਸ਼ ਬਾਦੀ ਬੇਲਹਕ, ਵਾ ਸ਼ਮੀਮੇ ਨੂਰ ਫरूख मजमूनश ने में जावदानी हक, दाले आखर्श दानाए बातन व जाहर, व असरारे गैब व शहूद बर दिलश बाहर। फारसी ਦੇ ਵਿੱਚ ਉਹਨਾਂ ਨੇ ਅਰਥ ਕੀਤੇ, ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਦਾ ਕੱਲਾ ਕੱਲਾ ਅੱਖਰ ਗੁਰੂ ਕੇ ਸਿੱਖ ਦੇ ਜੀਵਨ ਦੇ ਵਿੱਚ ਰੂਹਾਨੀਅਤ ਦੇ ਖਜ਼ਾਨਿਆਂ ਦੇ ਮੀਂਹ ਵਰਸਾਉਂਦਾ ਹੈ। ਸਤਿਗੁਰੂ ਦੇ ਨਾਮ ਦਾ ਜਿਹੜਾ ਪਹਿਲਾ ਅੱਖਰ ਹੈ ਹਾ, ਹਾਏ ਅੱਖਰ, ਹਵੀਅਤ ਜਿਹਨੂੰ ਫਾਰਸੀ ਦੇ ਵਿੱਚ ਕਹਿੰਦੇ ਆ, ਜਿਹੜਾ ਹਾ ਅੱਖਰ ਹੈ, ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਇਹ ਹਾ ਅੱਖਰ ਇਹਨਾਂ ਦੋਵੇਂ ਜਹਾਨਾਂ ਨੂੰ, ਲੋਕ ਨੂੰ ਤੇ ਪਰਲੋਕ ਨੂੰ, ਦੋਵੇਂ ਜਹਾਨਾਂ ਨੂੰ ਉਸ ਹਰੀ ਪਰਮਾਤਮਾ ਦੇ ਨਾਮ ਨਾਲ ਜੋੜਨ ਦਾ ਪ੍ਰਤੀਕ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਦਾ ਜਿਹੜਾ ਦੂਸਰਾ ਅੱਖਰ ਰਾਰਾ, ਭਾਈ ਨੰਦ ਲਾਲ ਸਾਹਿਬ ਕਹਿੰਦੇ ਜਿਹੜਾ ਦੂਸਰਾ ਅੱਖਰ ਰਾਰਾ ਹੈ, ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਖਜ਼ਾਨਿਆਂ ਦੇ, ਰਹਿਮਤਾਂ ਦੇ ਸੰਸਾਰ ਦੇ ਉੱਤੇ ਮੀਂਹ ਵਰਸਾਉਣ ਦਾ ਪ੍ਰਤੀਕ ਹੈ। ਭਾਵ ਕਿ ਕੇਵਲ ਸ਼ਬਦਾਂ ਦਾ ਜੋੜ ਨਹੀਂ, ਕੱਲਾ ਕੱਲਾ ਸ਼ਬਦ ਆਪਣੇ ਦੇ ਵਿੱਚ ਇੱਕ ਅਦਭੁਤ ਖਜ਼ਾਨਾ ਲਈ ਫਿਰਦਾ। ਔਰ ਜਿਹੜਾ ਗੱਗਾ ਅੱਖਰ, ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਜਿਹੜੇ ਲੋਕ ਉਸ ਪਰਮਾਤਮਾ ਦੇ ਨਾਮ ਤੋਂ ਟੁੱਟੇ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਕੋਈ ਆਸਰਾ ਤੱਕੇ ਤੇ ਸੰਸਾਰ ਦੀ ਕੈਦ ਤੋਂ ਰਿਹਾ ਕਰਾ ਕੇ ਇਸ ਮਨ ਰੂਪੀ ਮੋਤੀ ਨੂੰ ਨਾਮ ਦੇ ਵਿੱਚ ਜੋੜ ਕੇ ਮਨ ਰੂਪੀ ਮੋਤੀ ਨੂੰ ਚਮਕਾਉਣ ਦਾ ਪ੍ਰਤੀਕ ਹੈ। ਭਾਵ ਕਿ ਸੰਸਾਰ ਦੀ ਕੈਦ ਤੋਂ ਰਿਹਾ ਕਰਾ ਕੇ ਨਾਮ ਨਾਲ ਜੋੜ ਕੇ ਇਹ ਜਿਹੜਾ ਮਨ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਵਾ ਸਿਆਹੋ, ਜਿਹੜਾ ਕਾਲਾ ਹੋ ਚੁੱਕਿਆ ਹੈ, ਇਹ ਮਨ ਰੂਪੀ ਮੋਤੀ ਨੂੰ ਵੀ ਚਮਕਾ ਦਿੰਦਾ ਸਤਿਗੁਰਾਂ ਦਾ ਨਾਮ, ਉਸ ਪਰਮਾਤਮਾ ਨਾਲ ਜੋੜ ਕੇ। ਔਰ ਬੱਬਾ ਅੱਖਰ ਉਸ ਪਰਮਾਤਮਾ ਦੀਆਂ ਬਰਕਤਾਂ ਤੋਂ ਜਾਣੂ ਕਰਾਉਂਦਾ ਹੈ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਰਹਿਮਤਾਂ ਤੋਂ ਜਾਣੂ ਕਰਾਉਂਦਾ ਹੈ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਦੱਦਾ ਅੱਖਰ ਵੀ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਜਿਹੜਾ ਆਪਾਂ ਅੱਜ ਬਚਨ ਪੜ੍ਹ ਰਹੇ ਹਾਂ, ਮਿੱਥਿਆ ਰਾਜ ਜੋਬਨ ਅਰ ਉਮਰੇ, ਕਿ ਇਹ ਸਭ ਮਿੱਥਿਆ ਹੈ। ਰਾਜ ਭਾਗ ਮਿੱਥਿਆ ਹੈ, ਸੰਸਾਰ ਦੇ ਪਦਾਰਥ ਮਿੱਥਿਆ ਨੇ, ਤੈਨੂੰ ਰਾਜ ਭਾਗ ਤੇ ਮਾਣ ਹੈ ਕਿ ਮੇਰੀ ਉਸ ਉਹਦੇਦਾਰ ਨਾਲ ਬਹੁਤ ਵੱਡੀ ਗੱਲਬਾਤ ਹੈ, ਸ਼ਾਇਦ ਉਹ ਮੇਰੀ ਗੱਲ ਪੂਰੀ ਕਰ ਲਵੇਗਾ, ਗੱਲ ਨਾ ਮੋੜੇਗਾ। ਕਹਿੰਦੇ ਝੂਠ ਹੈ, ਅੰਤ ਵੇਲੇ ਕਿਸੇ ਨੇ ਨਾਲ ਨਹੀਂ ਖੜਨਾ, ਪਰਮਾਤਮਾ ਦੀ ਦਰਗਾਹ 'ਚ ਨਾਲ ਨਹੀਂ ਖੜਨਾ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਦੱਦਾ ਅੱਖਰ ਵੀ ਇਸੇ ਗੱਲ ਦੀ ਹਾਮੀ ਭਰਦਾ ਹੈ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਕਿ ਇਹ ਛੱਡਦੇ ਰਾਜ ਭਾਗ ਦੇ ਗਮਾਨ, ਛੱਡਦੇ ਆਪਣੀ ਉਮਰਾਂ ਦੇ ਗਮਾਨ, ਛੱਡਦੇ ਸੰਸਾਰ ਦੇ ਰਿਸ਼ਤੇਦਾਰਾਂ ਦੇ, ਅਹੁਦੇਦਾਰਾਂ ਦੇ, ਪਰਿਵਾਰਾਂ ਦੇ, ਪਦਾਰਥਾਂ ਦੇ ਗੁਮਾਨ, ਕਿਉਂਕਿ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਹੀ ਤੈਨੂੰ ਪਦਾਰਥ ਦੇਣੇ ਨੇ, ਪਰਮਾਤਮਾ ਨੇ ਹੀ ਤੈਨੂੰ ਦਾਤ ਦੇਣੀ ਹੈ। ਜਿਹੜੀ ਦਾਤ ਤੈਨੂੰ ਪਰਮਾਤਮਾ ਨੇ ਦੇ ਦਿੱਤੀ ਹੈ, ਉਹ ਤੈਨੂੰ ਸੰਸਾਰ ਦੇ ਰਾਜ ਭਾਗ ਤੋਂ ਪ੍ਰਾਪਤ ਨਹੀਂ ਹੋ ਸਕਦੀ, ਉਹ ਤੈਨੂੰ ਸੰਸਾਰ ਦੇ ਪਦਾਰਥਾਂ ਚੋਂ ਪ੍ਰਾਪਤ ਨਹੀਂ ਹੋ ਸਕਦੀ। ਕਿਹੜੀ ਦਾਤ? ਇਹ ਸਾਹ। ਸਭ ਤੋਂ ਵੱਡੀ ਗੱਲ, ਇਹ ਜਿਹੜੇ ਸਾਹ ਦਿੱਤੇ ਨੇ ਪਿਆਰ ਵਾਲੇ, ਉਹ ਸਾਸ, ਇਹ 24,000 ਸਵਾਸ ਦਿਨ ਦੇ ਵਿੱਚ ਪਰਮਾਤਮਾ ਨੇ ਬਖਸ਼ੇ। ਜਿਤਨੀ ਮਰਜ਼ੀ ਧਨ ਦੌਲਤ ਹੋਵੇ, ਰਾਜ ਭਾਗ ਸਰਕਾਰੇ ਦਰਬਾਰੇ ਚੱਲਦੀ ਹੋਵੇ,
ਪਰ ਕੋਈ ਕਦੇ ਸਾਹ ਨਹੀਂ ਖਰੀਦ ਸਕਦਾ। ਸਤਿਗੁਰੂ ਕਹਿੰਦੇ ਪ੍ਰਮਾਤਮਾ ਦੇਣ ਵਾਲਾ ਹੈ। ਸੋ ਮੈਂ ਬੇਨਤੀ ਕਰਾਂ ਕਿ ਐਸੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਦਾ ਨਾਮ ਵੀ ਰੂਹਾਨੀਅਤ ਦੇ ਖਜ਼ਾਨਿਆਂ ਦੇ ਨਾਲ ਭਰਪੂਰ ਹੈ, ਪਿਆਰ ਵਾਲਿਓ, ਐਸੇ ਦੀਨ ਦਿਆਲ ਸਤਿਗੁਰੂ ਜੀ ਦੇ ਕੋਲ ਜਦੋਂ ਸ਼ਿਵਾਜੀ ਸਮਰਾਟ ਦੇ ਗੁਰੂ ਸਮਰੱਥ ਰਾਮਦਾਸ ਜੀ ਦੀ ਪਹਿਲੀ ਵਾਰ ਮੁਲਾਕਾਤ ਹੋਈ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਨੇਤਰਾਂ ਦੇ ਨਾਲ ਤੱਕਦੇ ਨੇ, ਸਤਿਗੁਰਾਂ ਨੂੰ ਨਮਸਕਾਰ ਕਰਦੇ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਐ ਸ਼ਸਤਰ ਧਾਰੀ, ਤਿਆਰ ਬਰ ਤਿਆਰ, ਸੀਸ ਤੇ ਦਮਾਲਾ ਉੱਤੇ ਕਲਗੀ, ਗਾਤਰੇ ਮੀਰੀ ਪੀਰੀ ਦੀਆਂ 2 ਤਲਵਾਰਾਂ, ਤਿਆਰ ਬਰ ਤਿਆਰ ਸ਼ਾਹੀ ਸ਼ਸਤਰ ਧਾਰੀ ਸਿੱਖ ਫੌਜਾਂ, ਧੰਨ ਬਾਬਾ ਬਿਧੀ ਚੰਦ ਜਿਹੇ ਸੂਰਮੇ। ਇਸ ਤਰ੍ਹਾਂ ਦਾ ਜਦੋਂ ਸ਼ਾਹੀ ਲਿਬਾਸ ਵੇਖਿਆ ਤੇ ਇੱਕ ਪਰੰਪਰਿਕ ਸਾਧੂ ਹੋਣ ਦੇ ਨਾਤੇ ਸੁਭਾਵਕ ਹੀ ਪੁੱਛ ਬੈਠਾ सतगुरु ਨੂੰ ਕਿ ਹੋਂ ਸੁਣਿਆ ਥਾ तुम गुरु नानक की गद्दी पर बैठे हो, परंतु गुरु नानक तो त्यागी थे। कहता मैं सुनिया सी गुरु नानक की गद्दी दे मालिक को, पर गुरु नानक त्यागी सन। गुरु नानक तो त्यागी थे, परंतु आपने तो शस्त्रधारी फौजे रखी हैं, घोड़े रखे हैं, सच्चा पातशाह कहावत हो। कैसे साधु, कैसी फकीरी, किस तरह के साधु। गुरु नानक त्यागी सन, तुसी शस्त्रधारी हो। ते प्यार वालिओ, धन गुरु हरगोबिंद साहब महाराज समर्थ रामदास वाल वेख के मुस्कुराए, कहन लगे महात्मा जी बातन फकीरी जाहर अमीरी, शस्त्र गरीबन की रखिया जरवाने की भखिया। केवल गल्लां वाली फकीरी नहीं, मन दी फकीरी। कर फकर दायम लाए चश्मे जह तहां मौजूद। गुरु नानक दा घर ओ फकीरी गुरु के सिख नूं दिंदा है, ओ फकीरी दा चश्मा दिंदा है कि जेड़ा फकीरी दा चश्मा लाया फिर भाई कन्हैये वांगू वैरियां दे विचों भी परमात्मा दी जोत नजर आउंदी है। ओ फकीरी गुरु नानक दा घर दिंदा है। शस्त्र, शस्त्रां दी गल करदे हो, ये शस्त्र गरीबन की रखिया जरवाने की भखिया। शस्त्र रखे ने गरीबां दी रखिया लई, शस्त्र रखे ने पापियां जालमां नूं सौदा लाउण दे लई। मैं बेनती करा, जो धन गुरु हरगोबिंद साहब ने बचन किते कि शस्त्रधारी होने का हुक्म किया, शस्त्र गरीबन की रखिया जरवाने की भखिया। जो दादे ने हुक्म किया पोते ने, भाव के धन गुरु गोबिंद सिंह ने उही कलम बंद दसम ग्रंथ च किया, जिते शस्त्र नामंग नमस्कार तामंग, जिते अस्त्र भेयंग नमस्कार तेयंग। धन गुरु हरगोबिंद साहब ने क्या शस्त्र गरीबन की रखिया। खिन मात्र बेनती करा, जिथे गरीबां दी रखिया लई शस्त्र पहनाए, उत्थे आत्म रखिया दे लई भी, साडी अपनी स्वै रखिया दे लई, साडी पत दी, साडी पग दी, दस्तार दी रखिया लई भी शस्त्र गुरु ने धारण करन लई हुक्म किया। पापियां नूं सौदा लण लई गुरु ने हुक्म किया। मैं बेनती करा, शस्त्रधारी गुरु के सिख नूं जरूर होना चाहिए। महाराज कहते ने, जब हमरे दर्शन को आवो बन सुचेत तन शस्त्र सजावो। जदों मेरे दर्शनां नूं आवे ते फिर तन ते शस्त्र सजा के आवी। 3 फुट दी श्री साहब पकड़ के आवी, हथ विच खंडा श्री साहब पकड़ के आवी। आ वेखो प्यार वालिओ, बीते दिनी आ दिल्ली दे विच मुखर्जी नगर विखे जो हादसा वापरिया, जिन्ना गिदड़ा वालों गुरु के सिख नूं ललकारिया गया, वो गुरु के सिख कोल शस्त्र सन, उन्हें अगे ला के भजाए। भावें गिदड़ा वांगू झुंड बना के उन्हें घेरा जरूर पाया, पर यह शस्त्रां दी ताकत सी। और मैं बेनती करा एक होर कि वेखो अज गुरु के सिख ते जदों उस गिदड़ां दे झुंड वालों हमला किया गया, ते अज जिवें दिल्ली दी समुची सिख संगत, समुचियां सिख पंथ दीयां जथेबंदियां, दिल्ली सिख गुरुद्वारा मैनेजमेंट कमेटी इकत्तर होकर उस गुरसिख दे नाल खड़े ने। ये चाहिए है कि अज पंथ इकत्रित होवे, क्योंकि जदों शेरां दे झुंड खिलर जाण ते गिदड़ां नूं गल्लां करन दी जाच आ जांदी है, पर जदों शेरां दे झुंड इकत्तर होण ते कोई गुरु के पंथ वल तकदा भी नहीं। सो दिल्ली सिख गुरुद्वारा प्रबंधक कमेटी वालों उस सिख नूं जिहड़ा सन्मान भी बीते दिनी गुरुद्वारा रकाबगंज साहब विखे दिता गया। क्यों? क्योंकि उस अमृतधारी गुरु के सिंह सूरमे ने गिदड़ा नूं अगे ला के भजाया।
ਇਹ ਹੈ ਗੁਰੂ ਹਰਗੋਬਿੰਦ ਸਾਹਿਬ ਦੀ ਤਾਕਤ, ਗੁਰੂ ਗੋਬਿੰਦ ਸਿੰਘ ਦੀ ਤਾਕਤ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਇਸੇ ਤਰ੍ਹਾਂ ਪੰਥ ਨੂੰ ਇਕੱਤਰਤਾਈ ਬਖਸ਼ਣ। ਸਤਿਗੁਰੂ ਕਹਿਣ ਲੱਗੇ, ਸ਼ਸਤਰ ਗਰੀਬਨ ਕੀ ਰੱਖਿਆ, ਜਰਵਾਣੇ ਕੀ ਭਖਿਆ। ਮਹਾਤਮਾ ਜੀ ਤੁਸੀਂ ਕਹਿੰਦੇ ਹੋ ਸੱਚੇ ਪਾਤਸ਼ਾਹ ਕਹਾਵਤ ਤੋਂ, ਮੈਂ ਸਤਿਗੁਰੂ ਕਹਿਣ ਲੱਗੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਕਿ ਪਾਤਸ਼ਾਹ ਉਹ ਹੁੰਦਾ ਜਿਹਦੇ ਕੋਲ ਬਾਦਸ਼ਾਹ ਵੀ ਆ ਕੇ ਮੰਗਾ ਮੰਗੇ। ਬਾਦਸ਼ਾਹ ਕੋਲ ਸੰਸਾਰਕ ਲੋਕ ਮੰਗਾ ਮੰਗਦੇ ਨੇ, ਪਰ ਪਾਤਸ਼ਾਹ ਉਹ ਜਿਹਦੇ ਕੋਲ ਸੰਸਾਰ ਦਾ ਬਾਦਸ਼ਾਹ ਵੀ ਜਾ ਕੇ ਮੰਗਦਾ ਹੈ। ਔਰ ਦੂਸਰੀ ਗੱਲ ਇਹ ਕਿ ਗੁਰੂ ਨਾਨਕ ਨੇ ਸੰਸਾਰ ਨਹੀਂ ਤਿਆਗਿਆ ਥਾ, ਗੁਰੂ ਨਾਨਕ ਨੇ ਮਾਇਆ ਤਿਆਗੀ ਥੀ। ਸੰਸਾਰ ਦੇ ਵਿੱਚ ਰਹਿ ਕੇ, ਸੰਸਾਰ ਦੀ ਮਾਇਆ ਤੋਂ ਨਿਰਲੇਪ ਰਹਿ ਕੇ ਇਬਾਦਤ ਕਰਨ ਦੀ ਜਾਚ ਸਿਖਾਈ ਹੈ ਗੁਰੂ ਨਾਨਕ ਨੇ। ਮਾਇਆ ਛੱਡੀ ਹੈ, ਸੰਸਾਰ ਨਹੀਂ ਛੱਡਿਆ। ਬਹੁਤ ਵੱਡਾ ਨੁਕਤਾ ਹੈ, ਆਪਾਂ ਸਾਰੇ ਰੋਜ਼ਾਨਾ ਨਿਤਨੇਮ ਚ ਪੜ੍ਹਦੇ ਹਾਂ, ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਜਿਨੀ ਵਿੱਚੇ ਮਾਇਆ ਪਾਇਆ। ਜਿਨ੍ਹਾਂ ਨੇ ਮਾਇਆ ਦੇ ਵਿੱਚ ਰਹਿ ਕੇ, ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿ ਕੇ ਪ੍ਰਮਾਤਮਾ ਨੂੰ ਪਾਉਣਾ, ਉਹਨਾਂ ਤੇ ਕਿਰਪਾ ਹੋਣੀ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੇ ਕਮਲ ਲਲੇਪ। ਗੱਲ ਹੀ ਇਹ ਹੈ, ਸੰਸਾਰ ਦੀ ਅਗੰਮੀ ਖੇਡ ਹੀ ਇਹ ਹੈ ਕਿ ਪਰਿਵਾਰ ਚ ਰਵੇ, ਕੰਮ ਕਾਰ ਕਰੇ, ਪਰ ਇਹਨਾਂ ਦੇ ਮੋਹ ਮਮਤਾ ਤੋਂ ਦੂਰ ਰਵੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੂੰ ਇੱਕ ਵਾਰ ਪੁੱਛਿਆ ਕਿਸੇ ਨੇ ਵੀ ਇਹ ਜੀਵਨ ਦੀ ਜਿਹੜੀ ਯਾਤਰਾ, ਇਹ ਸੰਸਾਰ ਦੀ ਖੇਡ ਹੈ, ਇਹਦੇ ਬਾਰੇ ਚਾਨਣਾ ਪਾਓ। ਕਹਿੰਦੇ ਕਾਹਦੀ ਖੇਡ ਹੈ? ਕਹਿੰਦੇ ਨੇ ਵਿੱਚ ਦਰਿਆ ਦੇ ਧੱਕਾ ਬੇੜੀ ਚੋਂ, ਦਰਿਆ ਦੇ ਵਿੱਚ ਲੈ ਗਏ ਬੇੜੀ ਤੇ ਬਹਾ ਕੇ, ਬੇੜੀ ਚੋਂ ਧੱਕਾ ਦੇਤਾ ਦਰਿਆ 'ਚ, ਵਿੱਚ ਦਰਿਆ ਦੇ ਧੱਕਾ ਬੇੜੀ ਚੋਂ ਖੁਦਾ ਕਿਆ ਨਾ ਹੋ ਗਿੱਲਾ ਤੇ ਹੋ ਪਾਰ ਸਿੱਖਾ। ਵੀ ਨਾ ਤੇ ਸੰਭਾਵ ਕੇ ਦਰਿਆ ਤੋਂ ਪਾਰ ਲੰਘਣਾ ਤੇ ਗਿੱਲਾ ਵੀ ਨਹੀਂ ਹੋਣਾ। ਸੰਸਾਰ ਦੇ ਵਿੱਚ ਰਹਿਣਾ ਹੈ, ਮਾਇਆ 'ਚ ਰਹਿਣਾ ਹੈ, ਪਰ ਮਾਇਆ ਦੇ ਪ੍ਰਭਾਵ ਤੋਂ ਕਮਲ ਦੇ ਫੁੱਲ ਦੀ ਤਰ੍ਹਾਂ ਨਿਰਲੇਪ ਵੀ ਰਹਿਣਾ। ਇਹਨਾਂ ਦਾ ਅਹੰਕਾਰ ਨਹੀਂ ਕਰਨਾ, ਰਾਜ ਭਾਗ ਦਾ ਅਹੰਕਾਰ ਨਹੀਂ ਕਰਨਾ। ਜੇ ਮੀਰੀ ਹੈ ਤੇ ਪੀਰੀ ਵੀ ਤੇਰੇ ਕੋਲ ਹੋਵੇ, ਜੇ ਸੱਤਾ ਹੈ ਤੇ ਤੇਰੇ ਕੋਲ ਸੱਤ ਹੋਵੇ, ਸੱਚ ਹੋਵੇ, ਤੇਰੇ ਕੋਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਹੋਵੇ। ਮੀਰੀ ਦੇ ਨਾਲ ਪੀਰੀ ਦਾ ਸੁਮੇਲ ਵੀ ਸਤਿਗੁਰੂ ਨੇ ਬਣਾਇਆ ਔਰ ਦੱਸਿਆ ਕਿ ਮਿੱਥਿਆ ਰਾਜ ਜੋਬਨ, ਰਾਜ ਭਾਗ ਦਾ ਗਮਾਨ ਮਿੱਥਿਆ ਹੈ, ਕਿਉਂਕਿ ਇਹ ਵੀ ਝੂਠ ਹੈ। ਜੋਬਨ ਜਵਾਨੀ ਵੀ ਜਾਵੇਗੀ ਇੱਕ ਦਿਨ, ਜੇਕਰ ਅੱਜ ਆਈ ਹੈ ਉਮਰੇ ਮੀਰ ਮਲਕ ਅਰ ਖਾਨ। ਕਹਿੰਦੇ ਨੇ ਸੰਸਾਰ ਦੇ ਉੱਤੇ ਜਿਨ੍ਹਾਂ ਕੋਲ ਖਾਨਾ ਨੇ ਉਹਨਾਂ ਦੇ ਗਮਾਨ ਵੀ ਝੂਠੇ ਨੇ। ਇਸ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਇੱਕ ਬਚਨ ਹੈ ਕਿ ਜਿਸ ਨੂੰ ਤੂੰ ਅਸਥਿਰ ਕਰ ਮਾਨੇ, ਜਿਹਨੂੰ ਮੰਨਦਾ ਨਾ ਵੀ ਰਾਜ ਭਾਗ ਸਦਾ ਰਵੇਗਾ, ਜਵਾਨੀ ਸਦਾ ਰਵੇਗੀ, ਇਹ ਜੀਵਨ ਸਦਾ ਰਹੇਗਾ, ਸੋਨੇ ਦੀਆਂ ਖਾਨਾਂ ਨੇ, ਦੌਲਤਾਂ ਬਹੁਤ ਨੇ, ਪਦਾਰਥ ਬਹੁਤ ਨੇ, ਸਦਾ ਰਹਿਣਗੇ। ਕਹਿੰਦੇ ਨੇ ਜਿਸ ਨੂੰ ਤੂੰ ਅਸਥਿਰ ਕਰ ਮਾਨੇ ਤੇ ਪਾਹੁਣ ਦੋ ਦਾਹਾ, ਤੇ 2 ਦਿਨਾਂ ਦੇ ਪ੍ਰਾਹੁਣੇ ਨੇ, 2 ਦਿਨਾਂ ਦੇ, ਤੇ ਪਾਹੁਣ 2 ਦਾਹਾ, ਪੁੱਤਰ ਕਲੱਤਰ ਗ੍ਰਹਿ ਸਗਲ ਸਮਗਰੀ, ਸਭ ਮਿਥਿਆ ਸਨਾਹਾ। ਘਰ ਦੇ ਜੀਵ, ਪਰਿਵਾਰ, ਇਹ ਸਭ ਮਿਥਿਆ ਹੈ, ਸਭ ਝੂਠ ਹੈ, ਸਭ ਮਿਥਿਆ ਅਸਨਾਹਾ। ਰੇ ਮਨ ਕਿਆ ਕਰੇ ਹੈ ਹਾ ਹਾ। ਕੀ ਇਹਨਾਂ ਨੂੰ ਵੇਖ ਵੇਖ ਕੇ ਹੱਸ ਰਿਹਾ, ਕਿਹੜੀ ਖੁਸ਼ੀ ਤੇਰੇ ਚਿਹਰੇ ਤੇ ਆਈ ਹੈ? ਇਹ ਸਭ ਝੂਠ ਹੈ। ਦ੍ਰਿਸ਼ਟ ਦੇਖ ਜੈਸੇ ਹਰ ਚੰਦੋਰੀ, ਇੱਕ ਰਾਮ ਭਜਨ ਲੈ ਲਾਹਾ। ਇਹ ਸਭ ਝੂਠ ਹੈ, ਖੁਸ਼ੀ ਨਾ ਕਰ ਇਹਨਾਂ ਨੂੰ ਵੇਖ ਕੇ, ਇਹ ਮਿਥਿਆ ਹੈ। ਇੱਕ ਰਾਮ ਭਜਨ ਲੈ ਲਾਹਾ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਸਿਮਰ ਕੇ ਲਾਹਾ ਪ੍ਰਾਪਤ ਕਰ। ਪਰਿਵਾਰ ਦੇ ਜੀਆਂ ਦੀ ਮੋਹ ਮਮਤਾ ਚ ਨਾ ਫਸ। ਮੈਂ ਬੇਨਤੀ ਕਰਾਂ, ਮਨ ਵਿੱਚ ਕਿਤੇ ਭੁਲੇਖਾ ਨਾ ਆਵੇ ਵੀ ਕਿਹੜਾ ਪਰਿਵਾਰ ਨੇ ਨਾਲ ਜਾਣਾ, ਨਾਲ ਖੜਨਾ। ਪਰਿਵਾਰ ਨੇ ਨਾਲ ਨਹੀਂ ਖੜਨਾ, ਪਰਿਵਾਰ 'ਚ ਰਹਿ ਕੇ ਜੀਣ ਦਾ ਕੀ ਫਾਇਦਾ ਹੈ? ਪੁਰਾਣੇ ਸਮੇਂ ਦੇ ਵਿੱਚ ਇਹੋ ਬਹੁਤ ਵੱਡਾ ਭੁਲੇਖਾ ਪੈ ਗਿਆ, ਤਾਂ ਹੀ ਜੰਗਲਾਂ 'ਚ ਜਾਣਾ ਸ਼ੁਰੂ ਕੀਤਾ, ਪਹਾੜਾਂ ਤੇ ਜਾਣਾ ਸ਼ੁਰੂ ਕੀਤਾ। ਪਰ ਸਤਿਗੁਰੂ ਕਹਿੰਦੇ ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਉਹਦਾ ਹੁਕਮ ਸੀ ਤੈਨੂੰ ਪਰਿਵਾਰ ਦੇ ਜੀ ਦਿੱਤੇ। ਕਿਉਂਕਿ ਜੀਵਨ ਇੱਕ ਬਹੁਤ ਵੱਡੀ ਯਾਤਰਾ ਹੈ। ਇਸ ਜੀਵਨ ਯਾਤਰਾ ਨੂੰ ਸੰਪੂਰਨ ਕਰਨ ਲਈ ਪਰਿਵਾਰ ਦੇ ਜੀ ਨਾਲ ਚੱਲ ਰਹੇ ਰਾਹੀ ਨੇ ਲਾਹ ਇੱਥੋਂ ਨਾਮ ਦਾ ਖੱਟ ਕੇ ਲਿਜਾਣਾ ਹੈ ਤੇ ਮੰਜ਼ਲ ਖੁਦਾ ਦੀ ਦਰਗਾਹ ਹੈ। ਪਰਿਵਾਰ ਦੇ ਜੀ ਤਾਂ ਦਿੱਤੇ ਨੇ ਵੀ ਇਹਨਾਂ ਨਾਲ ਬੈਠ ਕੇ ਗੁਰ ਸ਼ਬਦ ਦਾ ਅਭਿਆਸ ਕਰ, ਸੁਖਮਨੀ ਸਾਹਿਬ ਕਰ, ਪਰਿਵਾਰ ਦੇ ਜੀਆਂ ਨਾਲ ਬਹਿ ਕੇ ਗੱਲਾਂ ਛੱਡ, ਪਰਿਵਾਰ ਦੇ ਜੀਆਂ ਨਾਲ ਬੈਠ ਕੇ ਉਸ ਰੱਬ ਦੀਆਂ ਬਾਤਾਂ ਪਾ। ਇਹ ਇੱਕ ਯਾਤਰਾ ਹੈ, ਇਹਨਾਂ ਦੀ ਮੋਹ ਮਮਤਾ ਦੇ ਵਿੱਚ ਬਹੁਤਾ ਨਾ ਪਰਚ।
ਇੱਕ ਭਾਈ ਵੀਰ ਸਿੰਘ ਜੀ, ਉਹਨਾਂ ਨੇ ਬਹੁਤ ਸੋਹਣੀ ਕਵਿਤਾ ਲਿਖੀ ਇਸ ਜੀਵਨ ਯਾਤਰਾ ਦੇ ਉੱਤੇ, ਪਰਿਵਾਰ ਦੇ ਜੀਆਂ ਦੇ ਉੱਤੇ। ਉਹ ਕਹਿਣ ਲੱਗੇ, ਕੋਈ ਕਿੱਥੋਂ ਸਭ ਮਿਲ ਕੇ ਪਰਿਵਾਰ ਸਦਾਇਆ। ਮੈਂ ਇੱਕ ਬੇਨਤੀ ਅਕਸਰ ਕਰਦਾ ਵੀ ਇਹ ਮਿੱਟੀ ਦਾ ਟੁਕੜਾ ਆਪਾਂ ਕਹਿ ਦਿੰਦੇ ਮੇਰੀ ਮਾਂ ਏ, ਮੇਰਾ ਪਿਓ ਏ, ਮੇਰਾ ਭਰਾ ਏ, ਮੇਰੀ ਭੈਣ ਏ, ਪਰ ਕਦੇ ਇਹ ਸੋਚਿਆ ਇਸ ਮਿੱਟੀ ਦੇ ਪੁਤਲੇ ਦੇ ਅੰਦਰ ਜਿਹੜੀ ਰੂਹ ਵਸਦੀ ਹੈ ਉਹ ਕਿੱਥੋਂ ਆਈ ਹੈ, ਉਹਦੇ ਨਾਲ ਕੀ ਰਿਸ਼ਤਾ ਹੈ, ਆਤਮਾ ਨਾਲ ਕੀ ਰਿਸ਼ਤਾ ਹੈ, ਰੂਹ ਨਾਲ ਕੀ ਰਿਸ਼ਤਾ ਹੈ। ਕੋਈ ਕਿੱਥੋਂ ਸਭ ਮਿਲ ਕੇ ਪਰਿਵਾਰ ਸਦਾਇਆ, ਸੰਬੰਧੀਆਂ ਦਾ ਟੋਲਾ ਬਣਿਆ, ਕੋਈ ਬਣਿਆ ਮਾਪਿਓ ਜਾਇਆ, ਭੈਣ ਭਣਈਏ ਮਾਮਾ ਮਾਮੀ ਪੁੱਤ ਭਤੀਜੇ ਮੇਲ ਬਣਾ ਕੇ ਆਖਰ ਨੂੰ ਸਭ ਅੱਡ ਹੈ ਹੋਣਾ, ਕੀ ਚਾਚਾ ਕੀ ਤਾਇਆ। ਕਹਿੰਦੇ ਨੇ ਜਿੰਨੇ ਵੀ ਸਕੀ ਸੰਬੰਧੀ ਰਿਸ਼ਤੇਦਾਰ ਨੇ, ਇਹ ਜਿੰਨਿਆਂ ਦਾ ਵੀ ਟੋਲਾ ਬਣਿਆ, ਸਾਰਿਆਂ ਨੇ ਅੰਤ ਨੂੰ ਵੱਖ ਹੋਣਾ, ਵੱਖੋ ਵੱਖਰੇ ਹੋ ਜਾਣਾ। ਮੁਸਾਫਰ ਖਾਨਾ ਹੈ ਇਹ ਦੁਨੀਆ, ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਹੇ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮਸਰ ਮੁਏ ਅਜ਼ਰਾਇਲ ਗ੍ਰਫਤੇ ਦਿਲ ਹੇਚ ਨਾ ਦਾਨੀ। ਇਹ ਦੁਨੀਆ ਦਾ ਮੁਕਾਮ ਸਦਾ ਰਹਿਣ ਵਾਲਾ ਨਹੀਂ, ਫਾਨੀ ਸੰਸਾਰ ਹੈ। ਪਰਿਵਾਰ ਦੇ ਜੀ ਲਾਭਦਾਇਕ ਤਾਣ ਹੈ ਜੇ ਪਰਿਵਾਰ ਦੇ ਜੀਆਂ ਨਾਲ ਬੈਠ ਕੇ ਸ਼ਬਦ ਦਾ ਅਭਿਆਸ ਕਰੇਗਾ। ਆਪਾਂ ਕਹਿੰਦੇ ਪਰਿਵਾਰ ਦੇ ਵਿੱਚ ਕਲੇਸ਼ ਬੜਾ ਹੈ, ਚਿੰਤਾ ਬੜੀ ਹੈ, ਦੁੱਖ ਬੜੇ ਨੇ। ਪਿਆਰ ਵਾਲਿਓ, ਜਦੋਂ ਸਾਰਾ ਦਿਨ ਚੈਨਲਾਂ ਦੇ ਉੱਤੇ ਮੋਬਾਈਲ ਫੋਨ ਦੇ ਉੱਤੇ ਦੇਖਣਾ ਹੀ ਕਲੇਸ਼ ਵਾਲਿਆਂ ਨੂੰ, ਤੇ ਹੋਣਾ ਹੀ ਹੋਏ। ਜੇ ਕਿਤੇ ਪਰਿਵਾਰ ਦੇ ਜੀਆਂ ਨਾਲ ਬੈਠ ਕੇ ਬਾਣੀ ਪੜਾਂਗੇ, ਸਹਿਜ ਪਾਠ ਕਰਾਂਗੇ। ਪੁਰਾਤਨ ਸਮੇਂ ਦੇ ਵਿੱਚ ਹਰ ਇੱਕ ਗੁਰੂ ਕੇ ਸਿੱਖ ਦੇ ਘਰ ਦੇ ਅੰਦਰ ਜਨਮ ਸਾਖੀ ਦੀ ਸ਼ਾਮ ਨੂੰ ਕਥਾ ਹੋਇਆ ਕਰਦੀ ਸੀ। ਸਾਰੇ ਪਰਿਵਾਰ ਦੇ ਜੀਆਂ ਨੇ ਬੈਠ ਜਾਣਾ, ਵੱਡੇ ਬਜ਼ੁਰਗ ਨੇ ਸ਼ਾਮ ਨੂੰ ਜਨਮ ਸਾਖੀ ਪੜਿਆ ਕਰਨੀ, ਬੱਚਿਆਂ ਨੂੰ ਇਤਿਹਾਸ ਸੁਣਾਉਣਾ ਕਰਨਾ। ਅੰਮ੍ਰਿਤ ਵੇਲੇ ਸਾਰੇ ਜੀਆਂ ਨੇ ਬੈਠ ਜਾਣਾ, ਪਰਿਵਾਰ ਦੇ ਵੱਡੇ ਬਜ਼ੁਰਗ ਨੇ ਸਹਿਜ ਪਾਠ ਕਰਨਾ ਵੀ ਸਾਰੇ ਬੈਠ ਜਾਓ, ਆਓ ਗੁਰੂ ਕੀ ਬਾਣੀ ਸੁਣੀ। ਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਸਦਾ ਖੇੜੇ ਸਨ, ਸਦਾ ਵਿਗਾਸ ਸੀ, ਚਿੰਤਾ ਨਹੀਂ ਸੀ, ਚਿੰਤਾ ਮੁਕਤ ਸਨ, ਕਿਉਂਕਿ ਘਰ ਦੇ ਵਿੱਚ ਬਾਣੀ ਦਾ ਪ੍ਰਵਾਹ ਚੱਲਦਾ ਸੀ, ਘਰ ਦੇ ਵਿੱਚ ਗੁਰੂ ਕੀਆਂ ਸਾਖੀਆਂ ਚੱਲਦੀਆਂ ਸਨ। ਸੋ ਸਤਿਗੁਰੂ ਕਿਰਪਾ ਕਰਨ ਕਿਤੇ ਸਾਨੂੰ ਸੋਝੀ ਆ ਜਾਵੇ, ਅੱਜ ਵੀ ਅਸੀਂ ਘਰਾਂ ਦੇ ਵਿੱਚ ਪਰਿਵਾਰਾਂ ਦੇ ਮੋਹ ਦੇ ਵਿੱਚ ਪਰਚਣ ਤੋਂ ਰਹਿਤ ਹੋ ਕਰਕੇ ਪਰਿਵਾਰ ਦੇ ਜੀਆਂ ਨਾਲ ਬੈਠ ਕੇ ਕਿਤੇ ਬੰਦਗੀ ਦੇ ਰਾਹੇ ਵੱਲ ਤੁਰੀਏ। ਸਤਿਗੁਰੂ ਕਹਿਣ ਲੱਗੇ, ਮਿਥਿਆ ਕਾਪਰ ਸੁਗੰਧ ਚਤੁਰਾਈ, ਮਿਥਿਆ ਭੋਜਨ ਮਾਨ। ਕਿ ਇਹ ਜਿਹੜੇ ਵਸਤਰ ਨੇ, ਜਿਹੜੇ ਕੱਪੜੇ ਨੇ, ਕਈਆਂ ਨੂੰ ਆਪਣੇ ਕੱਪੜਿਆਂ ਦਾ, ਵਸਤਰਾਂ ਦਾ ਅਹੰਕਾਰ ਹੈ, ਪਰ ਸੱਚ ਜਾਣੀ ਇਹਨਾਂ ਦਾ ਅਹੰਕਾਰ ਵੀ ਝੂਠਾ ਹੈ। ਤੇਰੀ ਸਿਆਣਪ ਦਾ, ਚਤੁਰਾਈ ਦਾ ਅਹੰਕਾਰ ਵੀ ਝੂਠਾ ਹੈ। ਬਹੁਤ ਚਤੁਰ ਬਣਦਾ ਹੈ, ਮੈਂ ਸੰਸਾਰ ਦੇ ਵਿੱਚ ਆਪਣੇ ਮੁਨਾਫੇ ਲਈ ਕੰਮ ਕਰਦਾ, ਪਰ ਤੇਰੀ ਚਤੁਰਾਈ ਝੂਠੀ ਹੈ, ਕਿਉਂਕਿ ਤੂੰ ਹਾਲੇ ਤੱਕ ਜਿੰਨੇ ਵੀ ਕੰਮ ਕੀਤੇ ਨੇ ਸਾਰੇ ਨੁਕਸਾਨ ਲਈ ਕੀਤੇ ਨੇ। ਆਪਣੀ ਜ਼ਿੰਦਗੀ ਨਾਲ ਧਰੋ ਕਮਾਇਆ, ਆਤਮਾ ਨਾਲ ਬਹੁਤ ਵੱਡਾ ਧਰੋ ਕੀਤਾ ਹੈ। ਮਿਥਿਆ ਭੋਜਨ ਪਾਨ, ਇਹ ਜਿਹੜੇ ਭੋਜਨ ਔਰ ਪਾਨ ਦੇ ਜਿਤਨੇ ਵੀ ਇਹ ਤੇਰੇ ਵਸਤਰ ਪਦਾਰਥ ਨੇ, ਭੋਜਨ ਦਾ ਹੰਕਾਰ ਵੀ, ਭੋਜਨ ਦਾ ਗਮਾਨ ਵੀ ਝੂਠਾ ਹੈ। ਸਤਿਗੁਰੂ ਕਹਿੰਦੇ ਨੇ, ਜੇ ਚਾਹੁੰਨਾ ਹੈ ਖੁਦਾ ਦੀ ਦਰਗਾਹ ਤੱਕ ਪਹੁੰਚੇ, ਤੇਰੀ ਇਹ ਹਾਲਤ ਬਣ ਚੁੱਕੀ ਹੈ। ਤੂੰ ਆਪਣੀ ਜ਼ਿੰਦਗੀ ਨਾਲ ਧਰੋ ਕਮਾਇਆ, ਸੰਸਾਰ ਦੇ ਪਦਾਰਥਾਂ ਦਾ ਹੰਕਾਰ ਕੀਤਾ। ਇੱਕ ਕੰਮ ਕਰ, ਅਖੀਰ ਦੇ ਵਿੱਚ ਜਦੋਂ ਕੋਈ ਚਾਰਾ ਨਾ ਬਣੇ, ਕਿਤੇ ਚਾਰਾ ਚੱਲੇ ਹੀ ਨਾ, ਫਿਰ ਸਤਿਗੁਰੂ ਕਹਿੰਦੇ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾ ਕੋ ਕੀਜੈ ਸਦ ਨਮਸਕਾਰਾ। ਜਿਹਦੇ ਅੱਗੇ ਚਾਰਾ ਨਾ ਚੱਲੇ, ਨਮਸਕਾਰ ਕਰ, ਦੋਏ ਕਰ ਜੋਰ ਕਰੋ ਅਰਦਾਸ। ਸਤਿਗੁਰੂ ਅੱਗੇ ਸਮਝਾਉਂਦੇ ਨੇ, ਅਰਦਾਸ ਕਰ ਦੀਨ ਬੰਦਰੋ ਦਾਸ ਦਾਸਰੋ, ਸੰਤ ਹੀ ਕੀ ਸਾਰਾਨ। ਸਤਿਗੁਰੂ ਕਹਿੰਦੇ ਨੇ ਅਰਦਾਸ ਕਰ ਉਹ ਗੁਰੂ ਅੱਗੇ, ਪਰਮਾਤਮਾ ਅੱਗੇ, ਕਿ ਤੋਸੋ ਨਹੀਂ ਦਾਤਾ ਕਉ, ਮੋਸੋ ਨਾ ਭਖਾਰੀ ਦੀਨ, ਤੋਸੋ ਨਾ ਦਿਆਲ ਦੁਖੀ, ਮੋਸੋ ਨਾ ਅਲਾਈਏ, ਮੋਸੋ ਨਾ ਹੈ ਕ੍ਰਿਤ ਘਣ, ਤੋਸੋ ਉਪਕਾਰੀ ਨਾ ਹੈ, ਮੋਸੋ ਨਾ ਅਨਾਥ ਨਾਥ, ਤੋਸੋ ਨਾ ਬਤਾਈਏ। ਕਿਤੇ ਕਿਰਪਾ ਕਰੋ ਸਤਿਗੁਰੂ ਜੀ, ਆਪਣਾ ਦਾਸ ਜਾਣ ਕੇ ਇਸ ਗਰੀਬ ਸਿੱਖ ਨੂੰ ਆਪਣੇ ਰੰਗੀਆਂ ਰੂਹਾਂ ਦੀ ਸੰਗਤ ਬਖਸ਼ ਦਿਓ, ਉਹਨਾਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਬਖਸ਼ ਦਿਓ, ਜਿਨ੍ਹਾਂ ਦੇ ਵਿੱਚ ਬੈਠ ਕਰਕੇ ਮੈਨੂੰ ਨਾਮ ਚੇਤੇ ਆਵੇ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ, ਮੰਗਨ ਮੰਗੋ ਹੋਏ ਚਿੰਤਾ ਮਿਲ ਨਾਨਕ ਕੇ ਹਰ ਪ੍ਰਾਣ। ਕਿਤੇ ਮੈਨੂੰ ਉਹਨਾਂ ਦੀ ਸੰਗਤ ਮਿਲ ਜਾਵੇ ਜਿਨ੍ਹਾਂ ਦੇ ਮਿਲਿਆ ਉਸ ਅਕਾਲ ਪੁਰਖ ਦਾ ਨਾਮ ਚੇਤੇ ਆਵੇ। ਅਰਦਾਸ ਕਰ ਗੁਰੂ ਕੇ ਚਰਨਾਂ 'ਚ,
ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਮੈਂ ਬੇਨਤੀ ਕਰਾਂ ਪਿਆਰ ਵਾਲਿਓ, ਸੰਗਤ ਦਾ ਬਹੁਤ ਵੱਡਾ ਲਾਭ ਹੈ। ਬੁਰਹਾਨਪੁਰ ਦੇ ਇਲਾਕੇ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਸਿੱਖਾਂ ਦਾ ਜਥਾ ਆਇਆ। ਸੰਗਤ ਦਾ ਜਥਾ ਆ ਕੇ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਸੰਸਾਰ ਦਾ ਜੀਵਨ ਸੁਖੈਲਾ ਲੰਘ ਜਾਵੇ, ਕੋਈ ਸਿੱਖਿਆ ਦਵੋ। ਸਤਿਗੁਰੂ ਨੇ ਵੀ ਬਚਨ ਕੀਤੇ ਸਨ। ਸੰਖੇਪ ਜਿਹੀ ਬੇਨਤੀ ਕਰਾਂ, ਸਮਾਂ ਸੀਮਿਤ ਹੈ। ਸਤਿਗੁਰੂ ਨੇ ਕਿਹਾ ਆਪਣੇ ਇਲਾਕੇ ਦੇ ਵਿੱਚ ਨਗਰ 'ਚ ਇੱਕ ਧਰਮਸ਼ਾਲਾ ਬਣਾਓ। ਉਸ ਧਰਮਸ਼ਾਲਾ ਦੇ ਵਿੱਚ ਅੰਮ੍ਰਿਤ ਵੇਲੇ ਔਰ ਸੰਧਿਆ ਵੇਲੇ ਜੁੜ ਕਰਕੇ ਸੰਗਤ ਕਰੋ, ਗੁਰ ਸ਼ਬਦ ਦਾ ਅਭਿਆਸ ਕਰੋ, ਦਿਨ ਭਰ ਆਪਣੀ ਕਿਰਤ ਕਰੋ। ਕਿਰਤ ਕਰਨ ਤੋਂ ਬਾਅਦ ਜਿੱਥੇ ਆਪਣੇ ਦਿਨ ਦਾ ਸਮੇਂ ਦਾ ਦਸਵੰਧ ਦੇਣਾ ਹੈ, ਆਪਣੀ ਮਾਇਆ ਦਾ ਦਸਵੰਧ ਵੀ ਗੁਰੂ ਕੀ ਗੋਲਕ ਦੇ ਵਿੱਚ ਪਾ ਕੇ ਇਸ ਭਵ ਸਾਗਰ ਤੋਂ ਪਾਰ ਹੋ ਜਾਓ। ਸਤਿਗੁਰੂ ਕਿਰਪਾ ਕਰਨ। ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ ਹਨ, ਆਪ ਸਭ ਸੰਗਤਾਂ ਨੇ ਬਖਸ਼ ਦੇਣਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ, ਜਿਨ੍ਹਾਂ ਸਵਾਸਾਂ ਰੂਪੀ ਲੜੀ ਬਖਸ਼ ਕੇ ਵਿਚਾਰ ਸੰਪੂਰਨ ਕਰਵਾਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਖਿਮਾ ਦੇ ਜਾਚਕ ਹੋਈਏ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਤਿੰਨਾਂ ਦੇ ਪ੍ਰਕਾਸ਼ ਪੁਰਬ ਦੀਆਂ ਸਮੂਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਅੰਤ ਵਧਾਈਆਂ। ਯਤਨ ਕਰੋ ਆਪਣੇ ਨੌਜਵਾਨ ਬੱਚਿਆਂ ਨੂੰ ਮੀਰੀ ਪੀਰੀ ਦੇ ਸਿਧਾਂਤ ਤੋਂ ਜਾਣੂ ਕਰਾ ਕਰਕੇ ਘਰ ਘਰ ਅੰਦਰ ਧਰਮਸਾਲ ਤੇ ਪਹਿਰਾ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।